हाँ जी, गुड मॉर्निंग मैम। हेलो हेलो। मैडम आवाज आ रही है ਤੁਹਾਨੂੰ? हेलो 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 हेलो। मैडम आवाज आ रही है ਤੁਹਾਨੂੰ? ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਡਮ, ਪਲੀਜ਼ ਹੈੱਡਫੋਨ ਲਾ ਲਓ। हेलो हेलो। हाँ जी मैडम, गुड मॉर्निंग। अच्छा, मैं फिर ਮਨਜਿੰਦਰ मैडम समझ ਰਿਹਾ ਸੀ। ठीक है, मैं ਉਹਨਾਂ ਨੂੰ ਤੁਹਾਨੂੰ ਕਰਦਾ ਮਨਿੰਦਰ ਕੌਰ ਦੇ ਨਾਮ ਤੇ ਨਾ। ठीक ठीक है। हेलो हाँ जी सर। हेलो। हेलो। स्टार्ट कर सकते हो मैडम तुम? जी सर। गुड मॉर्निंग ऑल। डिपार्टमेंट ऑफ टेक्निकल एजुकेशन एंड इंडस्ट्रियल ट्रेनिंग पंजाब ਵੱਲੋਂ ਚਲਾਏ ਜਾ ਰਹੇ ਨਿੰਮੀ ਪੋਰਟਲ ਦੇ ਪੰਜਾਬੀ ਚੈਨਲ ਦਾ ਮੈਂ ਆਪ ਸਾਰਿਆਂ ਦਾ ਸਵਾਗਤ ਕਰਦੀ ਹਾਂ। Myself is Maninder Kaur. My today's topic is questioning and purpose of questioning, which is specifically for the trade teachers training course. I am working in Government ITI Agampur, Shri Anandpur Sahib as a Swing Technology Instructor. ਤਾਂ ਆਓ ਅਸੀਂ ਗੱਲ ਕਰਦੇ ਹਾਂ ਅੱਜ ਦੇ ਟੌਪਿਕ ਬਾਰੇ, questioning and their purpose. What is question? Question ਕੀ ਹੁੰਦਾ ਹੈ?
की, कदों, किस तरह, कौन, ये सारे क्वेश्चंस होंगे है। जिस तरह कि थानू सारिਆਂ ਨੂੰ पता ही ਅਸੀਂ अपनी डेली दी लाइफ विच हर गल विच ਅਸੀਂ क्वेश्चंस की वरतों करते हैं। एक क्वेश्चन वर्ड आया कितों है? The word question came from the Latin word quaero, meaning to ask. ਇਹ ਜਿਹੜਾ word है, शब्द है, question, प्रश्न, ਇਹ लैटिन वर्ड क्वेरियो तो आया है, जिसका मतलब है पूछना, to ask. What is question? Questioning is the key to gaining more information, and without it, interpersonal communications can fail. प्रश्न है ਜਿਹੜੇ क्वेश्चन है ये एक चाबी ਹੁੰਦੀ है ज़्यादा तो ज़्यादा ਜਿਹੜੀ ਇਨਫੋਰਮੇਸ਼ਨ है उसਨੂੰ ਗੇਨ ਕਰਨ ਦੇ। ਅਸੀਂ ज़्यादा तो ज़्यादा ਇਨਫੋਰਮੇਸ਼ਨ है ਜਿਹੜੀ ਉਹਨੂੰ ਅਸੀਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ। ਇਹਦੇ ਤੋਂ ਬਿਨਾ ਜਿਹੜੇ ਸਾਡੇ ਆਪਸੀ ਜਿਹੜੇ ਕਮਿਊਨੀਕੇਸ਼ਨ ਦੇ ਰਿਲੇਸ਼ਨਸ ਹੈ ਉਹ ਫੇਲ ਹੋ ਜਾਂਦੇ ਆ। ਇੰਟਰਪਰਸਨਲ ਕਮਿਊਨੀਕੇਸ਼ਨਸ ਫੇਲ। Questioning is fundamental to successful communication. Questioning है ਜਿਹੜੀ ਇਹ ਇੱਕ ਆਧਾਰ ਹੈ ਸਾਡੀ ਸਫਲਤਾਪੂਰਵਕ ਜਿਹੜੀ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ। ਕਮਿਊਨੀਕੇਸ਼ਨ ਕਿਸ ਨੂੰ ਕਹਿੰਦੇ ਆ? ਗੱਲਬਾਤ। ਜਿਹੜੀ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਹਾਂ, ਜਿਹੜੇ ਪ੍ਰਸ਼ਨ ਪੁੱਛਣਾ ਉਹਦਾ ਇੱਕ ਆਧਾਰ ਹੈ। We all ask and are asked questions when engaged in conversation. ਅਸੀਂ ਸਾਰੇ ਹੀ ਇਹਦਾ ਇਸਤੇਮਾਲ ਕਰਦੇ ਹਾਂ, ਇਹਦੀ ਵਰਤੋਂ ਕਰਦੇ ਹਾਂ ਜਦੋਂ ਅਸੀਂ ਇੱਕ ਦੂਜੇ ਨਾਲ ਕਨਵਰਸੇਸ਼ਨ ਕਰ ਰਹੇ ਹੁੰਦੇ ਹਾਂ। ਜਿਵੇਂ ਕਹਿੰਦੇ ਆ ਕਿ ਗੱਲ ਵਿੱਚੋਂ ਗੱਲ ਨਿਕਲ ਜਾਂਦੀ ਹੈ। ਅਗਰ ਅਸੀਂ ਦੋ ਬੰਦੇ ਕੋਈ ਵੀ ਆਪਸ ਵਿੱਚ ਗੱਲ ਕਰਦੇ ਹਾਂ, ਚਾਹੇ ਉਹਦਾ ਟੌਪਿਕ ਚਾਹੇ ਸਾਡਾ ਐਜੂਕੇਸ਼ਨ ਬੇਸਡ ਹੈ, ਚਾਹੇ ਕਿਸੇ ਵੀ ਹੋਰ ਫੀਲਡ ਨਾਲ ਰਿਲੇਟਡ ਹੋਵੇ, ਉਸ ਜਿਹੜਾ ਟੌਪਿਕ ਹੁੰਦਾ ਉਹਦੇ ਨਾਲ ਰਿਲੇਟਡ ਕੁਐਸਚਨਸ ਗੱਲਬਾਤ ਵਿੱਚੋਂ ਨਿਕਲ ਹੀ ਆਉਂਦੇ ਆ। ਕੁਐਸਚਨਸ ਕਿਵੇਂ ਹੁੰਦੇ ਆ? ਕਿੱਥੇ, ਕੀ, ਕਦੋਂ, ਕਿਸ ਤਰ੍ਹਾਂ, ਕੌਣ, ਇਹ ਸਾਰੇ ਕੁਐਸਚਨਸ ਹੁੰਦੇ ਆ। ਸਾਡੇ ਵਰਲਡ ਫੇਮਸ ਜਿਹੜੇ ਸਾਇੰਟਿਸਟ ਹੈ ਐਲਬਰਟ ਆਇਨਸਟਾਈਨ, ਉਹਨਾਂ ਨੇ ਕਿਹਾ ਸੀ ਦਾ ਇੰਪੋਰਟੈਂਟ ਥਿੰਗ ਇਜ਼ ਨਾਟ ਟੂ ਸਟਾਪ ਕੁਐਸਚਨਿੰਗ। ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਉਹ ਕੀ ਹੈ ਕਿ ਜਿਹੜੇ ਪ੍ਰਸ਼ਨ ਪੁੱਛਣਾ ਇਹਨੂੰ ਕਦੇ ਵੀ ਸਾਨੂੰ ਬੰਦ ਨਹੀਂ ਕਰਨਾ ਚਾਹੀਦਾ, ਕਦੇ ਵੀ ਰੋਕਣਾ ਨਹੀਂ ਚਾਹੀਦਾ। Curiosity has its own reason for existing. ਜਿਹੜੀ ਉਤਸੁਕਤਾ ਹੈ ਉਹ ਆਪਣੇ ਆਪ ਵਿੱਚ ਸਰਵਾਈਵ ਕਰਨ ਲਈ, ਹੋਂਦ ਵਿੱਚ ਰਹਿਣ ਲਈ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ। ਸੋ ਸਾਨੂੰ ਹਮੇਸ਼ਾ ਆਪਣੀ ਲਾਈਫ ਵਿੱਚ ਅੱਗੇ ਵਧਦੇ ਰਹਿਣ ਲਈ, ਆਪਣੀ ਇਨਫੋਰਮੇਸ਼ਨ, ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਹਮੇਸ਼ਾ ਸਾਨੂੰ ਕੁਐਸਚਨਸ ਪੁੱਛਣ ਤੋਂ ਕਦੇ ਵੀ ਰੁਕਣਾ ਨਹੀਂ ਚਾਹੀਦਾ, ਚਾਹੇ ਉਹ ਸਾਡੇ ਜੀਵਨ ਦੇ ਕਿਸੇ ਵੀ ਖੇਤਰ 'ਚ ਹੋਵੇ, ਚਾਹੇ ਸਾਡੇ ਉਹ ਫੈਮਿਲੀ ਮੈਂਬਰਸ ਹੈ, ਚਾਹੇ ਸਾਡੇ ਉਹ ਟੀਚਰ ਸਾਹਿਬਾਨ ਹੈ, ਚਾਹੇ ਸਾਡਾ ਫਰੈਂਡ ਸਰਕਲ ਹੈ। ਕਿਸੇ ਵੀ ਟੌਪਿਕ ਤੇ ਜਦੋਂ ਤੱਕ ਸਾਨੂੰ ਕਨਸੈਪਟ ਕਲੀਅਰ ਨਾ ਹੋ ਜਾਵੇ ਤਾਂ ਸਾਨੂੰ ਕੁਐਸਚਨਸ ਪੁੱਛਣ ਤੋਂ ਨਹੀਂ ਰੁਕਣਾ ਚਾਹੀਦਾ। Research by Smith states that language-rich classrooms are more conducive environments for learning and thus progress. Famous researcher है Mr. Smith, ਉਹਨਾਂ ਨੇ 1998 ਵਿੱਚ ਕਿਹਾ ਸੀਗਾ ਕਿ ਜਿਹੜੇ language rich classrooms ਹੈ, language rich मतलब ਜਿਹੜੇ ਭਾਸ਼ਾ ਦੇ ਨਾਲ ਭਰਪੂਰ classrooms ਹੈ, ਉੱਥੇ ਬਹੁਤ ਵਧੀਆ conductive atmosphere environment ਜਿਹੜਾ ਮਾਹੌਲ ਹੈ ਉਹ ਲਰਨਿੰਗ ਵਾਸਤੇ ਹੋ ਸਕਦਾ ਹੈ ਤੇ ਤਰੱਕੀ ਵੀ ਤਾਂ ਹੀ ਕਰ ਸਕਦਾ, ਵਿਕਾਸ ਵੀ ਤਾਂ ਹੀ ਕਰ ਸਕਦਾ ਜੇ ਉੱਥੇ ਕੁਐਸਚਨਿੰਗ ਹੋਵੇ। Objective studies conducted by Smith have shown that young children have a higher IQ at a younger age if their parents regularly spoke to and questioned them compared to those whose parents did not engage them. ਜਿਹੜੀ ਸਾਡੀ ਆਬਜੈਕਟਿਵ ਸਟੱਡੀ ਹੈ ਮਿਸਟਰ ਸਮਿਥ ਨੇ ਕੀਤੀ ਆ, ਉਹਦੇ ਤੋਂ ਸਾਨੂੰ ਇਹ ਸ਼ੋ ਹੁੰਦਾ ਹੈ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਵਿੱਚ ਵੱਧ IQ ਲੈਵਲ ਹੁੰਦਾ ਹੈ, ਉਹਨਾਂ ਦਾ ਦਿਮਾਗ ਜ਼ਿਆਦਾ ਤੇਜ਼ ਹੁੰਦਾ ਹੈ, ਜਿਨ੍ਹਾਂ ਦੇ ਕਿ ਪੇਰੈਂਟਸ ਉਹਨਾਂ ਨੂੰ ਲਗਾਤਾਰ ਪੁੱਛਦੇ ਰਹਿੰਦੇ ਆ ਤੇ ਉਹਨਾਂ ਦੇ ਕੁਐਸਚਨਸ ਉਹਨਾਂ ਨੂੰ ਪੁੱਛਦੇ ਰਹਿੰਦੇ ਆ, ਔਰ ਬੱਚੇ ਆਪਣੇ ਪੇਰੈਂਟਸ ਨੂੰ ਪੁੱਛਦੇ ਆ ਤੇ ਪੇਰੈਂਟਸ ਆਪਣੇ ਬੱਚਿਆਂ ਨੂੰ ਕੰਟੀਨਿਊ ਕੁਐਸਚਨਸ ਪੁੱਛਦੇ ਰਹਿੰਦੇ ਆ।
ਉਹਨਾਂ ਦਾ ਦਿਮਾਗ ਦਾ ਜਿਹੜਾ ਵਿਕਾਸ ਹੈ, ਉਹਨਾਂ ਦਾ ਦਿਮਾਗ ਦਾ ਜਿਹੜਾ ਲੈਵਲ ਹੈ, IQ ਲੈਵਲ ਹੈ, ਉਹ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਕਿ ਜਿਨ੍ਹਾਂ ਦੇ ਪੇਰੈਂਟਸ ਆਪਣੇ ਬੱਚਿਆਂ ਨਾਲ ਕਦੇ ਵੀ ਇਨਵੋਲਵ ਨਹੀਂ ਹੁੰਦੇ, ਜਾਂ ਕਈ ਪੇਰੈਂਟਸ ਜਿਨ੍ਹਾਂ ਦੀ ਬਿਜ਼ੀ ਲਾਈਫ ਹੁੰਦੀ ਉਹ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ, ਜਾਂ ਕਈ ਪੇਰੈਂਟਸ ਐਜੂਕੇਟਿਡ ਨਹੀਂ ਹੁੰਦੇ, ਉਹ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਪਾਉਂਦੇ, ਉਹਨਾਂ ਦੇ ਬੱਚੇ IQ ਲੈਵਲਸ ਪਿੱਛੇ ਰਹਿ ਜਾਂਦੇ ਆ। ਇਸ ਲਈ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਨਾਲ ਉਹਨਾਂ ਦੇ ਵਿੱਚ, ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੀ ਸਟੱਡੀ ਦੇ ਵਿੱਚ ਹਮੇਸ਼ਾ ਇਨਵੋਲਵ ਰਹਿਣ, ਤੇ ਇਹ ਜਿਹੜਾ ਪ੍ਰਸ਼ਨ ਪੁੱਛਣ ਦਾ ਆਦਾਨ ਪ੍ਰਦਾਨ ਹੈ ਬੱਚੇ ਤੇ ਪੇਰੈਂਟਸ ਵਿੱਚ, ਇਹ ਹਮੇਸ਼ਾ ਚੱਲਦਾ ਰਹੇ। ਕਿਉਂਕਿ ਜਿਹੜਾ ਬ੍ਰੇਨ ਹੈ ਉਹ 5-6 ਸਾਲ ਦੀ ਉਮਰ ਤੱਕ ਜਿੰਨਾ ਡਿਵੈਲਪ ਹੋਣਾ ਹੁੰਦਾ ਹੈ ਬੱਚੇ ਦਾ, ਉਦੋਂ ਤੱਕ 80 to 90% ਜਿਹੜਾ ਬ੍ਰੇਨ ਹੈ ਉਹ ਡਿਵੈਲਪ ਹੋ ਜਾਂਦਾ ਹੈ। In our classrooms, the ability of students to be able to express their views and thoughts generated through our questioning of them. ਜੇ ਅਸੀਂ ਆਪਣੇ ਕਲਾਸਰੂਮਸ ਦੀ ਗੱਲ ਕਰੀਏ, ਜਿਹੜੇ ਬੱਚਿਆਂ ਦੀ ਯੋਗਤਾ ਵਿੱਚ ਵੀ ਤਾਂ ਹੀ ਵਾਧਾ ਹੁੰਦਾ ਹੈ, ਉਹ ਆਪਣੇ ਜਿਹੜੇ ਵਿਊਜ਼ ਹੈ ਉਹਨਾਂ ਨੂੰ ਵੀ ਤਾਂ ਹੀ ਸਾਡੇ ਅੱਗੇ ਐਕਸਪ੍ਰੈਸ ਕਰ ਸਕਦੇ ਹੈ, ਮੀਨਸ ਕਿ ਜ਼ਾਹਿਰ ਕਰ ਸਕਦੇ ਹੈ, ਜੇ ਅਸੀਂ ਟੀਚਰਸ ਸਾਹਿਬਾਨ ਹੈ ਜਿਹੜੇ ਕੁਐਸਚਨਸ ਦੇ ਥਰੂ ਜੇ ਉਹਨਾਂ ਦੇ ਵਿੱਚ ਅਸੀਂ ਉਸ ਚੀਜ਼ ਨੂੰ ਪੈਦਾ ਕਰੀਏ। ਤਾਂ ਟੀਚਰਸ ਨੂੰ ਆਪਣੇ ਸਟੂਡੈਂਟਸ ਨੂੰ ਲੈਸਨ ਦਿੰਦੇ ਹੋਏ ਤੇ ਲੈਸਨ ਤੋਂ ਬਾਅਦ ਵਿੱਚ ਜਿਹੜੀ ਕੁਐਸਚਨਿੰਗ ਹੈ ਉਹ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਉਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਹੋਵੇ। ਪੌਲ ਐਂਡ ਐਲਡਰ ਵੀ ਫੇਮਸ ਸਾਡੇ ਸਾਇੰਟਿਸਟ ਰਿਸਰਚਰ ਹੈ, ਜਿਨ੍ਹਾਂ ਨੇ 2000 ਦੇ ਵਿੱਚ ਕਿਹਾ ਸੀ, ਥਿੰਕਿੰਗ ਇਜ਼ ਨਾਟ ਡਰਿਵਨ ਬਾਈ ਆਨਸਰਸ। ਜਿਹੜੀ ਸੋਚ ਹੈ ਉਹ ਆਨਸਰਸ ਦੇ ਨਾਲ ਨਹੀਂ ਪੈਦਾ ਹੁੰਦੀ, ਉਹ ਕੁਐਸਚਨਸ ਦੇ ਨਾਲ ਪੈਦਾ ਹੁੰਦੀ ਹੈ। ਅਗਰ ਅਸੀਂ ਕਿਸੇ ਸਟੂਡੈਂਟ ਨੂੰ ਸਾਰੇ ਹੀ ਆਨਸਰ ਪਹਿਲਾਂ ਹੀ ਦੇ ਦੇਵਾਂਗੇ ਤਾਂ ਉਹਦੇ ਕੋਲ ਕੁਐਸਚਨ ਹੀ ਕੋਈ ਨਹੀਂ, ਕੁਛ ਵੀ ਨਹੀਂ ਰਹੇਗਾ। ਤਾਂ ਸਾਡੇ ਕੋਲ ਕੁਛ ਨਾ ਕੁਛ ਜਿਹੜੇ ਟੀਚਰਸ ਹੈ ਉਹਨਾਂ ਨੂੰ ਕੁਛ ਨਾ ਕੁਛ ਚੀਜ਼ਾਂ ਹੋਲਡ ਰੱਖਣੀਆਂ ਚਾਹੀਦੀਆਂ, ਤਾਂ ਜੋ ਜਿਹੜੇ ਸਟੂਡੈਂਟਸ ਹੈ ਜਦੋਂ ਉਹਨਾਂ ਦੀ ਥਿੰਕਿੰਗ ਅੱਗੇ ਡਿਵੈਲਪ ਹੋਵੇ, ਤਾਂ ਜਦੋਂ ਕੁਐਸਚਨਸ ਪੁੱਛਣ ਤਾਂ ਅਸੀਂ ਉਹਨਾਂ ਨੂੰ ਆਨਸਰ ਦਈਏ, ਤਾਂ ਜੋ ਉਹਨਾਂ ਦੀ ਦਿਮਾਗ ਦਾ ਜਿਹੜਾ ਪ੍ਰਗਤੀ ਹੋ ਸਕੇ, ਵਿਕਾਸ ਹੋ ਸਕੇ। Had no questions been asked by those who laid the foundation for a field, the field would never be developed in the first place. ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹਾਂਗੀ, ਜਿਨ੍ਹਾਂ ਦੇ ਕੋਲ ਕੋਈ ਕੁਐਸਚਨ ਹੀ ਨਹੀਂ ਹੁੰਦੇ, ਉਹਨਾਂ ਦਾ ਜਿਹੜਾ ਕਨਸੈਪਟ ਰੂਪ ਹੈ, ਟੌਪਿਕ ਰੂਪ ਜਿਹੜਾ ਖੇਤ ਹੈ, ਉਹ ਕਦੇ ਵੀ ਉਹਦੀ ਨੀਂਹ ਨਹੀਂ ਪੈਦਾ ਹੁੰਦੀ। ਲਾਈਕ ਅਗਰ ਅਸੀਂ ਕਿਸੇ ਕਿਸਾਨ ਦੇ ਐਗਜ਼ਾਮਪਲ ਲੈ ਲਈਏ, ਉਹਨੇ ਆਪਣਾ ਖੇਤ ਤਿਆਰ ਕਰਨਾ ਹੈ, ਜਾਂ ਅਸੀਂ ਕਿਸੇ ਵੀ ਕਨਸੈਪਟ ਦੀ ਟੌਪਿਕ ਦੀ ਗੱਲ ਕਰ ਲਈਏ, ਤਾਂ ਜਿਹੜਾ ਕਿਸਾਨ ਹੁੰਦਾ ਉਹਨੂੰ ਆਪਣਾ ਖੇਤ ਤਿਆਰ ਕਰਨ ਲਈ, ਕੋਈ ਫਸਲ ਪੈਦਾ ਕਰਨ ਲਈ ਉਹਨੂੰ ਨੰਬਰ ਆਫ ਸਟੈਪਸ ਕਰਨੇ ਪੈਂਦੇ ਹੈ, ਤਾਂ ਜਾ ਕੇ ਉਹਦਾ ਖੇਤ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਨਾਲ ਜਿਹੜਾ ਦਿਮਾਗ ਹੈ ਉਹਦਾ ਵਿਕਾਸ ਹੈ, ਉਹ ਵੀ ਜਦੋਂ ਅਸੀਂ ਕੁਐਸਚਨਸ ਪੁੱਛਾਂਗੇ, ਸਟੂਡੈਂਟ ਜਦੋਂ ਕੁਐਸਚਨ ਪੁੱਛਦਾ ਅਸੀਂ ਉਹਦੇ ਪ੍ਰੋਪਰ ਆਨਸਰ ਦੇਵਾਂਗੇ, ਤਾਂ ਜਾ ਕੇ ਹੀ ਉਹਦਾ ਜਿਹੜਾ ਦਿਮਾਗ ਰੂਪੀ ਖੇਤ ਹੈ ਉਹ ਤਿਆਰ ਹੁੰਦਾ ਹੈ। Alive teachers have to constantly ask questions of it. In order to keep a field of thought, alive teachers have to constantly ask questions of it rather than simply allowing that field to choose down. Teachers are then able to challenge existing or established answers through questioning to challenge students' thinking. ਜਿਹੜੇ ਟੀਚਰਸ ਹੈ ਜਦੋਂ ਕਿਸੇ ਵੀ ਕਨਸੈਪਟ ਬਾਰੇ, ਟੌਪਿਕ ਬਾਰੇ ਗੱਲ ਕਰਦੇ ਆ, ਤਾਂ ਉਹਨਾਂ ਨੂੰ ਲਗਾਤਾਰ ਕੁਐਸਚਨਸ ਉਹਦੇ ਵਿੱਚੋਂ, ਟੌਪਿਕ ਵਿੱਚੋਂ ਨਾਲ ਦੀ ਨਾਲ ਪੁੱਛਦੇ ਰਹਿਣਾ ਚਾਹੀਦਾ ਹੈ। ਤਾਂ ਹੀ ਟੀਚਰਸ ਜਿਹੜੇ ਆਪਣੇ ਬੱਚਿਆਂ ਦੀ ਜਿਹੜੀ ਸੋਚ ਹੈ ਉਹਨੂੰ ਐਸਟੈਬਲਿਸ਼ ਕਰਨ, ਉਹਨੂੰ ਸਥਾਪਿਤ ਕਰਨ ਵਿੱਚ ਸਕਸੈਸਫੁਲ ਹੋਣਗੇ, ਔਰ ਇਹਦੇ ਨਾਲ ਜਿਹੜੇ ਸਟੂਡੈਂਟਸ ਦੀ ਕੁਐਸਚਨਿੰਗ ਪਾਵਰ ਹੈ, ਜਿਹੜਾ ਦਿਮਾਗ ਦੇ ਚੈਲੰਜਿੰਗ ਹੈਗੇ ਆ ਕੁਐਸਚਨਸ, ਉਹ ਅਰਾਈਜ਼ ਹੋਣਗੇ, ਉਹਦੇ ਨਾਲ ਹੀ ਸਟੂਡੈਂਟਸ ਸਾਡੇ ਪ੍ਰੀਪੇਅਰ ਹੋਣਗੇ ਕੁਐਸਚਨਿੰਗ ਦੇ ਲਈ। ਕੁਐਸਚਨਸ ਦਾ ਪਰਪਸ ਕੀ ਹੈ, ਕੀ ਉਦੇਸ਼ ਹੈ ਕੁਐਸਚਨਸ ਨੂੰ ਪੁੱਛੇ ਜਾਣ ਦਾ? ਟੂ ਅਸੈਸ ਨੌਲੇਜ, ਇਹਦੇ ਨਾਲ ਨੌਲੇਜ ਵਿੱਚ ਵਾਧਾ ਕੀਤਾ ਜਾਂਦਾ ਹੈ, ਵਾਧਾ ਹੁੰਦਾ। ਟੂ ਅਸੈਸ ਡੈਪਥ ਆਫ ਨੌਲੇਜ, ਜਿਹੜੀ ਜਾਣਕਾਰੀ ਹੈ, ਸਾਡੀ ਨੌਲੇਜ ਹੈ, ਉਹਦੀ ਡੂੰਘਾਈ ਕਿੰਨੀ ਹੈ, ਉਹਨੂੰ ਅਸੀਂ ਅਸੈਸ ਕਰ ਸਕਦੇ ਹਾਂ। ਟੂ ਆਈਡੈਂਟੀਫਾਈ ਗੈਪਸ ਇਨ ਨੌਲੇਜ, ਨੌਲੇਜ ਦੇ ਵਿੱਚ ਜਾਂ ਸਾਡੇ ਟੌਪਿਕ ਦੇ ਵਿੱਚ ਜੋ ਅਸੀਂ ਡਿਲੀਵਰ ਕਰ ਰਹੇ ਹਾਂ ਸਟੂਡੈਂਟਸ ਨੂੰ, ਉੱਥੇ ਗੈਪ ਕਿੰਨਾ ਕਿੰਨਾ ਰਹਿ ਗਿਆ, ਜਾਂ ਕਿਹੜੀ ਚੀਜ਼ ਸਾਡੇ ਤੋਂ ਉੱਥੇ ਛੁੱਟ ਗਈ ਹੈ, ਕਿਹੜੀ ਚੀਜ਼ ਰਹਿ ਗਈ ਹੈ, ਉਹਦੀ ਪਹਿਚਾਣ ਕਰਨਾ। ਟੂ ਆਈਡੈਂਟੀਫਾਈ ਦਾ ਐਬਿਲਿਟੀ ਟੂ ਟ੍ਰਾਂਸਫਰ ਨੌਲੇਜ,
ਜਿਹੜੀ ਟ੍ਰਾਂਸਫਰ ਨੌਲੇਜ ਨੂੰ ਆਪਾਂ ਜਦੋਂ ਟ੍ਰਾਂਸਫਰ ਕਰਦੇ ਹਾਂ, ਜਦੋਂ ਅਸੀਂ ਬੱਚਿਆਂ ਨਾਲ ਸ਼ੇਅਰ ਕਰਦੇ ਹਾਂ ਜਾਂ ਕਿਸੇ ਹੋਰ ਨਾਲ ਸ਼ੇਅਰ ਕਰਦੇ ਹਾਂ, ਤਾਂ ਉਹ ਸਾਡੀ ਕੀ ਹੁੰਦੀ ਹੈ, ਅਸੀਂ ਨੌਲੇਜ ਟ੍ਰਾਂਸਫਰ ਕਰਦੇ ਹੁੰਦੇ ਹਾਂ। ਤਾਂ ਜਿਹੜੀ ਆਪਣੀ ਨੌਲੇਜ ਹੈ ਉਹਨੂੰ ਟ੍ਰਾਂਸਫਰ ਕਰਨ ਦੀ ਯੋਗਤਾ ਦੀ ਪਹਿਚਾਣ ਕਰ। To develop interest and motivate students to become actively involved in lessons. ਬੱਚਿਆਂ ਦਾ ਇੰਟਰਸਟ ਡਿਵੈਲਪ ਕਰਨਾ, ਉਹਨਾਂ ਦੀ ਦਿਲਚਸਪੀ ਪੈਦਾ ਕਰਨਾ ਲੈਸਨ ਦੇ ਵਿੱਚ, and motivate students to become actively involved in the lesson. ਤੇ ਬੱਚਿਆਂ ਨੂੰ ਪ੍ਰੇਰਨਾ ਦੇਣਾ ਹਮੇਸ਼ਾ ਲੈਸਨ ਦੇ ਵਿੱਚ, ਤਾਂ ਜੋ ਉਹ ਬਿਲਕੁਲ ਐਕਟਿਵ ਹੋ ਕੇ ਉਹਦੇ ਲੈਸਨ ਦੇ ਵਿੱਚ ਖੁੱਭ ਜਾਣ, ਤਾਂ ਜੋ ਉਹਨਾਂ ਨੂੰ ਲੈਸਨ ਦੀ ਇੱਕ ਇੱਕ ਚੀਜ਼ ਸਮਝ ਆ ਜਾਵੇ। To develop critical thinking skills. ਬੱਚਿਆਂ ਦੇ ਵਿੱਚ ਕੁਐਸਚਨਿੰਗ ਕਰਨ ਦੇ ਲਈ ਜਿਹੜੀ ਆਲੋਚਨਾਤਮਕ ਸੋਚ ਹੈ, ਉਹ ਸਕਿੱਲਸ ਪੈਦਾ ਕਰਨੀ ਵੀ ਜ਼ਰੂਰੀ ਹੈ, ਕਿਉਂਕਿ ਜਦੋਂ ਬੱਚਿਆਂ ਵਿੱਚ ਇਹ ਕ੍ਰਿਟੀਕਲ ਥਿੰਕਿੰਗ ਸਕਿੱਲਸ ਨਹੀਂ ਪੈਦਾ ਹੋਣਗੇ ਤਾਂ ਜਿਹੜੇ ਪ੍ਰਸ਼ਨ ਪੁੱਛਣ ਦਾ ਜਿਹੜਾ ਉਦੇਸ਼ ਹੈ ਉਹ ਵੀ ਅਧੂਰਾ ਰਹਿ ਜਾਏਗਾ। ਟੂ ਰਿਵਿਊ ਲਰਨਿੰਗ, ਬੱਚੇ ਦੀ ਲਰਨਿੰਗ ਰਿਵਿਊ ਕਰਨ ਲਈ ਕਿ ਬੱਚੇ ਨੂੰ ਕੁਝ ਯਾਦ ਵੀ ਹੋਇਆ ਹੈ ਜਾਂ ਨਹੀਂ, ਬੱਚੇ ਨੇ ਕੁਝ ਗੇਨ ਕੀਤਾ ਹੈ ਜਾਂ ਨਹੀਂ, ਤਾਂ ਉਹਦੇ ਲਈ ਕੁਐਸਚਨਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਟੂ ਸਟਿਮੂਲੇਟ ਸਟੂਡੈਂਟਸ ਟੂ ਪਰਸਿਊ knowledge on their own and ask their own questions. ਬੱਚਿਆਂ ਨੂੰ ਨੌਲੇਜ ਦੇ ਲਈ, ਨੌਲੇਜ ਪੈਦਾ ਕਰਨ ਲਈ ਉਹਨਾਂ ਨੂੰ ਆਪਣੇ ਆਪ ਵਿੱਚ ਉਹ ਕਿਸ ਤਰ੍ਹਾਂ ਕੁਐਸਚਨ ਪੁੱਛ ਸਕਦੇ ਹੈ, ਉਹ ਚੀਜ਼ ਬੱਚਿਆਂ ਦੇ ਵਿੱਚ ਪੈਦਾ ਕਰਨਾ, ਜਿਹਦੇ ਨਾਲ ਕਿ ਜਿਹੜਾ ਸਾਡਾ ਸਟੂਡੈਂਟ ਹੈ ਉਹ ਕੰਟੀਨਿਊ ਲਰਨਿੰਗ ਦੇ ਵਿੱਚ ਇਨਵੋਲਵ ਹੋ ਸਕਦਾ ਹੈ। ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਮੇਜਰ ਟਾਈਪ ਆਫ ਕੁਐਸਚਨਸ। ਕੁਐਸਚਨਸ ਦੇ ਕਿੰਨੇ ਪ੍ਰਕਾਰ ਹੁੰਦੇ ਆ, ਇਹਦੇ ਮੇਜਰ ਟਾਈਪਸ ਕਿੰਨੇ ਆ। ਵੈਸੇ ਤਾਂ ਕੁਐਸਚਨਸ ਬਹੁਤ ਤਰ੍ਹਾਂ ਦੇ ਹੁੰਦੇ ਆ, ਅਸੀਂ ਇੱਥੇ ਦੋਨੋਂ ਤਰ੍ਹਾਂ ਦੇ ਕੁਐਸਚਨਸ ਦੀ ਗੱਲ ਕਰਾਂਗੇ। ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਮੇਜਰ ਕਿਸ ਤਰ੍ਹਾਂ ਦੇ ਹੁੰਦੇ ਆ। First kind is open questions. Questions used to promote discussion or student interactions. Open questions ਕੀ ਹੁੰਦੇ ਆ, ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਲੱਗਦਾ, ਖੁੱਲੇ questions। ਜਦੋਂ ਟੀਚਰ ਕਿਸੇ ਸਟੂਡੈਂਟ ਨੂੰ ਪੜ੍ਹਾ ਰਿਹਾ ਹੈ, ਓਪਨਲੀ ਜਿਹੜੇ ਲੈਸਨ ਦੇ ਸਟਾਰਟਿੰਗ ਦੇ ਵਿੱਚ ਜਦੋਂ ਲੈਸਨ ਆਪਾਂ ਨੇ ਸਟਾਰਟ ਕਰਨਾ ਹੈ, ਜਿਹੜੇ ਅਸੀਂ ਡਿਸਕਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਟੀਚਰ ਸਟੂਡੈਂਟ ਦੀ ਇੰਟਰੈਕਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ, ਉਹਨਾਂ ਨੂੰ ਓਪਨ ਕੁਐਸਚਨਸ ਕਿਹਾ ਜਾਂਦਾ ਹੈ। ਜਦੋਂ ਲੈਸਨ ਸਟਾਰਟ ਕੀਤਾ, ਸਟਾਰਟਿੰਗ ਵਿੱਚ ਹੀ ਸਟੂਡੈਂਟਸ ਤੋਂ ਪੁੱਛ ਲੈਣਾ ਕਿ ਤੁਸੀਂ ਇਸ ਟੌਪਿਕ ਤੋਂ ਕੀ ਸਮਝਦੇ ਹੋ, ਜਾਂ ਸਟਾਰਟਿੰਗ ਵਾਲੀਆਂ ਡੈਫੀਨੇਸ਼ਨਸ ਦੇ ਬਾਰੇ ਵਿੱਚ ਸਟੂਡੈਂਟਸ ਦੇ ਨਾਲ discussion ਕਰਨੀ, that is called open questions. Number 2 is managerial questions. Questions which keep the classroom operations moving. ਜਿਸ ਦੇ ਨਾਲ ਕਿ question ਦੇ classroom ਦੇ ਵਿੱਚ ਲਗਾਤਾਰਤਾ ਬਣੀ ਰਹੇ, that is called managerial questions, ਜਿਹਦੇ ਨਾਲ ਕਿ ਬੱਚਿਆਂ ਦਾ ਇੰਟਰਸਟ ਵੀ ਬਣਿਆ ਰਹੇ, ਟੀਚਰ ਨਾਲ ਦੀ ਨਾਲ ਆਪਣਾ ਲੈਕਚਰ ਵੀ ਦਿੰਦਾ ਰਹੇ ਔਰ ਬੱਚਿਆਂ ਦਾ ਇੰਟਰਸਟ ਲਗਾਤਾਰ ਬਣਿਆ ਰਹੇ, ਔਰ ਜਿਹੜੇ ਲੈਕਚਰ ਦੇ ਵਿੱਚ ਬੱਚਿਆਂ ਦੇ ਇੰਟਰਸਟ ਦੇ ਵਿੱਚ ਲਗਾਤਾਰਤਾ ਬਣੀ ਰਹੇ, ਉਹ ਹੁੰਦੇ ਆ ਮੈਨੇਜਰੀਅਲ ਕੁਐਸਚਨਸ। Number 3 is rhetorical questions. Questions used to emphasize a point or to reinforce an idea or statement. ਕੁਐਸਚਨਸ ਜਿਹੜੇ ਕਿ ਕਿਸੇ ਚੀਜ਼ ਨੂੰ ਨਿਰਧਾਰਿਤ ਕਰਕੇ, ਕਿਸੇ ਚੀਜ਼ ਤੇ ਫੋਕਸ ਕਰਕੇ, ਲਾਈਕ ਲੈਸਨ ਵਿੱਚ ਇੱਕ ਕੋਈ ਇੰਪੋਰਟੈਂਟ ਕੋਈ ਵੀ ਟੌਪਿਕ ਆ ਗਿਆ, ਕੋਈ ਇੰਪੋਰਟੈਂਟ ਅਸੀਂ ਕਿਸੇ ਤੇ ਗੱਲ ਕਰ ਰਹੇ ਹਾਂ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ, ਕਿਸੇ ਵੀ ਲੈਸਨ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਹੁੰਦੀਆਂ, ਉਹ ਚੀਜ਼ਾਂ ਤੇ ਅਸੀਂ ਉਹਨੂੰ ਆਧਾਰਿਤ ਕਰਕੇ, ਉਹਦੇ ਤੇ ਐਮਫੇਸਾਈਜ਼ ਕਰਕੇ, ਉਸੇ ਚੀਜ਼ ਨੂੰ ਟਾਰਗੇਟ ਬਣਾ ਕੇ ਜਿਸ ਚੀਜ਼ ਨੂੰ ਅਸੀਂ ਕੁਐਸਚਨਸ ਪੁੱਛੀਏ, ਉਹ ਹੁੰਦੇ ਆ rhetorical questions. And the fourth is closed questions, used to check retention or to focus thinking on a particular point. ਜਦੋਂ lesson ਸਾਡਾ ਪੂਰਾ ਹੋਣ ਵਾਲਾ ਤਾਂ ਜਿਹੜੇ ਐਂਡ ਵਿੱਚ ਕੁਐਸਚਨਸ ਪੁੱਛੇ ਜਾਂਦੇ ਆ ਉਹਨਾਂ ਨੂੰ closed questions ਕਿਹਾ ਜਾਂਦਾ ਹੈ। closed questions ਹੈ ਜਿਹੜੇ ਉਹ ਬੱਚਿਆਂ ਦੀ ਰਿਟੈਂਸ਼ਨ ਪਾਰਟ ਤੇ ਜਿਹੜੀ ਥਿੰਕਿੰਗ ਹੈ ਉਹਨੂੰ ਫੋਕਸ ਕਰਨ ਵਾਸਤੇ, ਪਾਰਟਿਕੂਲਰਲੀ ਪੁਆਇੰਟ ਲੈਸਨ ਵਿੱਚ ਜਿੰਨੇ ਪੁਆਇੰਟਸ ਅਸੀਂ ਬੱਚਿਆਂ ਨੂੰ ਪੜ੍ਹਾ ਦਿੱਤੇ, ਉਹਨਾਂ ਸਾਰਿਆਂ ਦੇ ਉੱਤੇ ਥਿੰਕਿੰਗ ਫੋਕਸ ਕਰਨ ਵਾਸਤੇ, ਉਹਦਾ ਨਿਚੋੜ ਕੱਢਣ ਵਾਸਤੇ ਜਿਹੜੇ ਅਸੀਂ ਟੀਚਰ ਸਾਹਿਬਾਨ ਕੁਐਸਚਨਸ ਪੁੱਛਦੇ ਆ, ਉਹ ਕਲੋਜ਼ਡ ਕੁਐਸਚਨਸ ਹੁੰਦੇ ਨੇ। ਇਹਨਾਂ ਤੋਂ ਬਿਨਾਂ ਸਾਡੇ ਕੋਲ ਹੋਰ ਕਈ ਤਰ੍ਹਾਂ ਦੇ ਕੁਐਸਚਨਸ ਹੁੰਦੇ ਆ, ਕੁਝ ਕੈਟਾਗਰੀਜ਼ ਹੈ ਜਿਨ੍ਹਾਂ ਬਾਰੇ ਅਸੀਂ ਗੱਲ ਕਰਾਂਗੇ।
ਜਿਨ੍ਹਾਂ ਦੇ ਨਾਲ ਕਿ ਅਸੀਂ ਸਟੂਡੈਂਟਸ ਦੀ ਜਿਹੜੀ ਥਿੰਕਿੰਗ ਸਕਿੱਲਸ ਆ ਉਹਨਾਂ ਦੀ ਸੋਚ ਦੀ ਨਿਪੁੰਨਤਾ ਉਹਨੂੰ ਵਧਾਉਣ ਦੇ ਵਿੱਚ ਸਾਡੀ ਹੈਲਪ ਕਰ ਸਕਦੇ ਆ। ਉਹਦੇ ਵਿੱਚ ਉਸ ਘੜੀ ਵਿੱਚ ਨੰਬਰ 1 ਤੇ ਪਹਿਲਾ ਆਉਂਦਾ ਪ੍ਰੋਬਿੰਗ ਕੁਐਸਚਨਸ, series of questions which require students to go beyond the first response. Subsequent teacher questions are formed on the basis of students response. ਇਹ ਜਿਹੜੀ ਪ੍ਰੋਬਿੰਗ ਕੁਐਸਚਨਸ ਹੁੰਦੇ ਆ ਕਿਸ ਤਰ੍ਹਾਂ ਦੇ ਹੁੰਦੇ ਆ, ਜਿਨ੍ਹਾਂ ਦੀ ਕੀ ਲੋੜ ਹੁੰਦੀ ਹੈ ਸਟੂਡੈਂਟਸ ਦੇ ਸਭ ਤੋਂ ਪਹਿਲਾਂ ਜਿਹੜਾ ਰਿਸਪੌਂਸ ਦਾ ਉਹਦੇ ਪਿੱਛੇ ਉਹਨਾਂ ਦੀ ਕੀ ਸੋਚ ਹੈ, ਉਹਦਾ ਕੀ ਨਿਚੋੜ ਹੈ, ਉਹਨਾਂ ਨੂੰ ਪੁੱਛਣ ਵਾਸਤੇ ਜਿਹੜੇ ਕੁਐਸਚਨਸ ਹੁੰਦੇ ਆ ਉਹ ਹੁੰਦੇ ਆ ਪ੍ਰੋਬਿੰਗ ਕੁਐਸਚਨਸ। ਜਿਵੇਂ ਕਿ ਇਸ ਸਟੱਡੀ ਦੇ ਵਿੱਚ ਸਾਡੇ ਕੋਲ ਜਿਹੜੇ ਕੁਐਸਚਨਸ ਆਉਂਦੇ ਆ ਉਹ ਹੁੰਦੇ ਆ ਅਵੇਅਰਨੈਸ ਕੁਐਸਚਨਸ, ਕਲੈਰੀਫਾਈਂਗ ਕੁਐਸਚਨਸ, ਕਿਸੇ ਟੌਪਿਕ ਨੂੰ ਲੈ ਕੇ ਸਟੂਡੈਂਟਸ ਨੂੰ ਕਲੈਰੀਫਾਈ ਕਰਨਾ, ਉਹਨਾਂ ਵਿੱਚ ਜਾਗਰੂਕਤਾ ਪੈਦਾ ਕਰਨੀ, ਕਿਸੇ ਪੁਆਇੰਟ ਨੂੰ ਰੀਫੋਕਸ ਕਰਨਾ ਔਰ ਉਹਦੇ ਨਾਲ ਸਟੂਡੈਂਟਸ ਦਾ ਇੰਟਰਸਟ ਪੈਦਾ ਕਰਨਾ, ਉਸ ਤਰ੍ਹਾਂ ਦੇ ਕੁਐਸਚਨਸ ਹੁੰਦੇ ਨੇ ਪ੍ਰੋਬਿੰਗ ਕੁਐਸਚਨਸ। ਨੰਬਰ 2 ਤੇ ਸਾਡੇ ਕੋਲ ਆਉਂਦੇ ਆ ਫੈਕਚੁਅਲ ਕੁਐਸਚਨਸ, ਕੁਐਸਚਨਸ which require the student to recall specific information he she has previously learned. ਇਹ ਕੁਐਸਚਨਸ ਕਿਸ ਤਰ੍ਹਾਂ ਦੇ ਹੁੰਦੇ ਆ, ਜਿਸ ਤਰ੍ਹਾਂ ਕਿ ਅਸੀਂ ਸਟੂਡੈਂਟਸ ਨੂੰ ਕੋਈ ਅਸੀਂ ਪਹਿਲਾ ਲੈਸਨ, ਕੋਈ ਚੈਪਟਰ, ਕੋਈ ਟੌਪਿਕ ਤੇ ਅਸੀਂ ਲੈਕਚਰ ਦੇ ਚੁੱਕੇ ਹਾਂ, ਉਹਨਾਂ ਨੂੰ ਪੜ੍ਹਾ ਚੁੱਕੇ ਹਾਂ, ਉਹਨਾਂ ਦੀ ਜਿਹੜੀ ਨੌਲੇਜ ਹੈ ਉਹਨੂੰ ਦੁਬਾਰਾ ਤੋਂ ਰੀਕਾਲ ਕਰਨ ਲਈ, ਉਹਨੂੰ ਵਾਪਿਸ ਚੈੱਕ ਕਰਨ ਲਈ ਕਿ ਸਟੂਡੈਂਟਸ ਨੇ ਜੋ ਯਾਦ ਕੀਤਾ ਸੀ ਉਹ ਉਹਨਾਂ ਨੂੰ ਯਾਦ ਵੀ ਹੈ ਜਾਂ ਨਹੀਂ। Often these rules who, what, when, where. ਇਹਦੇ ਵਿੱਚ ਫੈਕਚੁਅਲ ਕੁਐਸਚਨਸ ਵਿੱਚ ਕਿਸ ਤਰ੍ਹਾਂ ਪੁੱਛਿਆ ਜਾਂਦਾ, ਕੌਣ, ਕੀ, ਕਿਸ ਤਰ੍ਹਾਂ, ਕਿੱਥੇ, ਇਸ ਤਰ੍ਹਾਂ ਦੇ ਕੁਐਸਚਨ ਦੇ ਕੇ ਅਸੀਂ ਸਟੂਡੈਂਟਸ ਦੀ ਮੈਮਰੀ ਨੂੰ ਰੀਕਾਲ ਕਰ ਸਕਦੇ ਹਾਂ। ਨੈਕਸਟ ਇਜ਼ ਡਾਈਵਰਜੈਂਟ ਕੁਐਸਚਨਸ, questions with no right or wrong answers but which encourage exploration of possibilities. ਉਸ ਤਰ੍ਹਾਂ ਦੇ ਕੁਐਸਚਨਸ ਜਿਨ੍ਹਾਂ ਵਿੱਚ ਰਾਈਟ ਔਰ ਰੋਂਗ, ਠੀਕ ਔਰ ਗਲਤ ਨਹੀਂ ਹੁੰਦਾ, ਬਟ ਉਹਦੇ ਵਿੱਚ ਜਿਹੜੇ ਹੈਗੇ ਆ ਕੁਐਸਚਨਸ ਹੈ ਉਹ ਅਸੀਂ ਇਲੈਬੋਰੇਟ, ਵਿਸਥਾਰ ਪੂਰਵਕ ਅਸੀਂ ਬੱਚਿਆਂ ਨੂੰ ਸੁਣਾਉਣ ਲਈ ਜਾਂ ਲਿਖਣ ਲਈ ਜਾਂ ਡਿਸਕਸ਼ਨ ਕਰਨ ਲਈ ਬੱਚਿਆਂ ਨੂੰ ਕਿਹਾ ਜਾਂਦਾ ਹੈ। ਉਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਹੁੰਦੇ ਆ ਉਹ divergent questions ਹੁੰਦੇ ਆ। Requires both concrete and abstract thinking to arrive at an appropriate response. Next is higher order questions. Questions which require students to figure out answers rather than remember them. Requires generalizations related to facts in meaningful patterns like evaluation, reasoning, comparison, problem solving. ਅਗਰ ਅਸੀਂ ਗੱਲ ਕਰੀਏ ਕੰਪੀਟੀਸ਼ਨ, ਜਿਹੜੇ ਕੰਪੀਟੀਟਿਵ ਐਗਜ਼ਾਮਸ ਆ ਉਹਨਾਂ ਵਿੱਚ ਇਹ ਹਾਇਰ ਆਰਡਰ ਜਿਹੜੇ ਕੁਐਸਚਨਸ ਆ ਇਹ ਬਹੁਤ ਵੱਡੇ ਪੱਧਰ ਤੇ ਪੁੱਛੀ ਜਾਂਦੇ ਆ, ਜਿਨ੍ਹਾਂ ਵਿੱਚ ਕਿ ਸਟੂਡੈਂਟਸ ਨੂੰ ਜਿਹੜੇ ਯਾਦ ਕਰਨ ਦੀ ਲੋੜ ਪੈਂਦੀ ਹੈ, ਜਿਨ੍ਹਾਂ ਵਿੱਚ ਕਿ ਸਾਡੇ ਮੀਨਿੰਗਫੁਲ ਪੈਟਰਨਸ ਹੁੰਦੇ ਆ, ਜਿਵੇਂ ਕਿ ਇਵੈਲੂਏਸ਼ਨ ਕਰਨਾ ਕਿਸੇ ਚੀਜ਼ ਦੀ, ਰੀਜ਼ਨਿੰਗ ਪਾਵਰ ਹੋ ਗਿਆ, ਕੰਪੈਰੀਜ਼ਨ ਕਰਨਾ, ਇਹਦੇ ਵਿੱਚ ਡਾਇਰੈਕਸ਼ਨਲ ਕੁਐਸਚਨਸ ਵੀ ਆ ਸਕਦੇ ਆ ਤੇ ਪ੍ਰੋਬਲਮ ਸੋਲਵਿੰਗ ਕੁਐਸਚਨਸ ਵੀ ਆ ਸਕਦੇ ਆ, ਜਿਵੇਂ ਕਿ ਸਾਡੇ ਕੰਪੀਟੀਟਿਵ ਐਗਜ਼ਾਮਸ ਵਿੱਚ ਆਉਂਦੇ ਆ। ਇਹਨਾਂ ਨੂੰ ਹਾਇਰ ਆਰਡਰ ਕੁਐਸਚਨਸ ਕਿਹਾ ਜਾਂਦਾ। Next type of questions is affective questions. Questions which elicit expressions of attitude, values or feelings of the students. ਉਹ ਕੁਐਸਚਨਸ ਜਿਨ੍ਹਾਂ ਨਾਲ ਕਿ ਅਸੀਂ ਸਟੂਡੈਂਟਸ ਦਾ ਐਟੀਟਿਊਡ ਤੇ ਉਹਨਾਂ ਦੀ ਫੀਲਿੰਗਸ ਦੇਖ ਸਕੇ ਟੀਚਰ, ਉਹਨਾਂ ਨੂੰ ਅਫੈਕਟਿਵ ਕੁਐਸਚਨਸ ਕਿਹਾ ਜਾਂਦਾ। ਜਿਵੇਂ ਕਿ ਲੈਕਚਰ ਦਿੰਦੇ ਹੋਏ ਅਸੀਂ ਨਾਲ ਦੀ ਨਾਲ ਬੱਚਿਆਂ ਦੇ ਨਾਲ ਅਸੀਂ ਆਪਣਾ ਕੋਰਿਲੇਟ ਕਰਕੇ ਰੱਖਣਾ ਉਹਨਾਂ ਕੁਐਸਚਨਸ ਵਿੱਚ ਕਿਸ ਤਰ੍ਹਾਂ ਦੀ, ਲਾਈਕ ਜਿਵੇਂ ਐਗਜ਼ਾਮਪਲ ਹੋ ਗਈ, how do you feel about that, is that important to you, would you like to। ਜਿਵੇਂ ਕਿ ਅਸੀਂ ਬੱਚਿਆਂ ਨੂੰ ਪੁੱਛੀਏ ਕਿ ਤੁਸੀਂ ਇਸ ਬਾਰੇ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਇਹ ਚੀਜ਼ ਤੁਹਾਡੇ ਲਈ ਇੰਪੋਰਟੈਂਟ ਹੈ, ਜਾਂ ਤੁਸੀਂ ਕੁਝ ਇਸ ਤਰ੍ਹਾਂ ਦਾ ਕਰਨਾ ਪਸੰਦ ਕਰੋਗੇ। ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਹੈ ਇਹ ਟੀਚਰ ਤੇ ਸਟੂਡੈਂਟ ਦੇ ਜਿਹੜੇ ਰਿਲੇਸ਼ਨਸ ਹੈ ਉਹਨਾਂ ਨੂੰ ਕਾਰਡੀਅਲ ਬਣਾਉਂਦੇ ਆ, ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ ਔਰ ਕਲਾਸ ਦਾ ਜਿਹੜਾ ਐਟਮੋਸਫੇਅਰ ਹੈ, এনवायरमेंट ਹੈ, ਉਹ ਵਧੀਆ ਬਣ ਜਾਂਦਾ। ਨੈਕਸਟ ਇਜ਼ ਸਟਰਕਚਰਿੰਗ ਕੁਐਸਚਨਸ, questions related to the setting in which learning is occurring. ਉਸ ਤਰ੍ਹਾਂ ਦੇ ਕੁਐਸਚਨਸ ਜਿਨ੍ਹਾਂ ਵਿੱਚ ਕਿ ਬੱਚਿਆਂ ਦੇ ਵਿੱਚ ਲਰਨਿੰਗ ਸਕਿੱਲਸ ਪੈਦਾ ਹੋਣ, ਉਹਨਾਂ ਨੂੰ ਸਟਰਕਚਰਿੰਗ ਕੁਐਸਚਨਸ ਕਿਹਾ ਜਾਂਦਾ ਹੈ। ਐਗਜ਼ਾਮਪਲ ਦੇ ਤੌਰ ਤੇ ਜਿਵੇਂ are there any questions
ਅਸੀਂ ਅਗਰ ਆਪਣਾ ਲੈਕਚਰ ਡਿਲੀਵਰ ਕੀਤਾ ਹੈ ਜਾਂ ਬੱਚਿਆਂ ਨੂੰ ਕਿਸੇ ਟੌਪਿਕ ਬਾਰੇ ਅਸੀਂ ਸਮਝਾ ਰਹੇ ਹਾਂ ਤਾਂ ਉਹ ਤੋਂ ਬਾਅਦ ਅਸੀਂ ਬੱਚਿਆਂ ਨੂੰ ਪੁੱਛਾਂਗੇ ਸਮਝਾਉਣ ਤੋਂ ਬਾਅਦ ਵਿੱਚ ਕਿ ਇੱਥੇ ਕੋਈ ਹੋਰ ਕਿਸੇ ਦਾ ਕੁਐਸਚਨ ਹੈ ਜਾਂ ਕੋਈ ਹੋਰ ਸਟੂਡੈਂਟ ਕਿਸੇ ਤਰ੍ਹਾਂ ਦੀ ਕੋਈ ਕੁਐਰੀ ਹੈ, ਕਿਸੇ ਦੀ ਕੋਈ ਕੁਝ ਪੁੱਛਣਾ ਚਾਹੁੰਦਾ ਹੈ, ਐਨੀ ਫਰਦਰ ਕਮੈਂਟਸ ਜਾਂ ਕਿਸੇ ਹੋਰ ਨੇ ਕੁਝ ਕਹਿਣਾ ਹੋਵੇ। ਇਸ ਦਾ ਅਸਾਈਨਮੈਂਟ ਕਲੀਅਰ, ਅਗਰ ਟੀਚਰ ਨੇ ਅਸਾਈਨਮੈਂਟ ਦਿੱਤੀ ਹੈ ਬਣਾਉਣ ਨੂੰ ਬੱਚੇ ਵਾਸਤੇ ਤਾਂ ਅਸਾਈਨਮੈਂਟ ਦੇ ਜਿਹੜੇ ਟੌਪਿਕਸ ਹੈ, ਕੁਐਸਚਨਸ ਹੈ ਉਹ ਕਲੀਅਰ ਕਰਨੇ ਜਾਂ ਅਸਾਈਨਮੈਂਟਸ ਤੋਂ ਬਾਅਦ ਵਿੱਚ ਬੱਚਿਆਂ ਨੂੰ ਸਮਝਾਉਣਾ ਹੁੰਦਾ ਹੈ ਅਗਰ ਕਿਸੇ ਤਰ੍ਹਾਂ ਦੀ ਕੋਈ ਮਿਸਟੇਕ ਰਹਿ ਗਈ ਹੈ। ਵੁੱਡ ਯੂ ਰਿਪੀਟ ਦੈਟ? ਆਰ ਵੀ ਰੈਡੀ ਟੂ ਕੰਟੀਨਿਊ? ਸਟੂਡੈਂਟਸ ਨੂੰ ਲੈਸਨ ਦੇ ਵਿੱਚ ਲਗਾਤਾਰਤਾ ਬਣਾਏ ਰੱਖਣ ਲਈ ਅਗਰ ਕਿਸੇ ਸਟੂਡੈਂਟ ਨੇ ਵਿੱਚੋਂ ਕੁਝ ਕੁਐਸਚਨ ਪੁੱਛਿਆ ਤਾਂ ਉਹਦੇ ਵਿੱਚ ਇੱਕ ਚੀਜ਼ ਕਲੀਅਰ ਕਰਨ ਤੋਂ ਬਾਅਦ ਅਸੀਂ ਸਟੂਡੈਂਟਸ ਨੂੰ ਪੁੱਛ ਕੇ ਹੀ ਅੱਗੇ ਵਧਣਾ। ਆਰ ਵੀ ਰੈਡੀ ਟੂ ਕੰਟੀਨਿਊ? ਕਿ ਅਸੀਂ ਅੱਗੇ ਵਧਣ ਲਈ ਤਿਆਰ ਹਾਂ? ਸਾਨੂੰ ਹੁਣ ਤੱਕ ਦੇ ਕਨਸੈਪਟਸ ਕਲੀਅਰ ਹੈ ਜਾਂ ਨਹੀਂ, ਤਾਂ ਹੀ ਜਿਹੜੇ ਟੀਚਰ ਹੈ ਉਹ ਅੱਗੇ ਵਧ ਸਕਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕੁਐਸਚਨਸ ਕਿਉਂ ਪੁੱਛੇ ਜਾਂਦੇ ਆ, ਕੁਐਸਚਨਸ ਕਿਉਂ ਪੁੱਛਣੇ ਚਾਹੀਦੇ ਆ। ਟੂ ਆਬਟੇਨ ਇਨਫੋਰਮੇਸ਼ਨ। ਸਭ ਤੋਂ ਪਹਿਲੀ ਗੱਲ ਹੈ ਕਿ ਇਨਫੋਰਮੇਸ਼ਨ ਨੂੰ ਗ੍ਰਹਿਣ ਕਰਨ ਲਈ, ਉਹਨੂੰ ਲੈਣ ਦੇ ਲਈ, ਜਿੱਥੇ ਕਿਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਤਾਂ ਉੱਥੇ ਸਾਨੂੰ ਇਨਫੋਰਮੇਸ਼ਨ ਲੈ ਲੈਣੀ ਚਾਹੀਦੀ ਹੈ, ਚਾਹੇ ਉਹ ਸਾਡੇ ਲਾਈਫ ਦਾ ਕੋਈ ਵੀ ਖੇਤਰ ਹੋਵੇ, ਸਾਨੂੰ ਕੁਐਸਚਨਸ ਪੁੱਛਣ ਤੋਂ ਝਿਜਕ ਨਹੀਂ ਕਰਨੀ ਚਾਹੀਦੀ। Next is the primary function of question is to gain information. ਸਾਡੇ ਜਿਹੜਾ ਪ੍ਰਸ਼ਨ ਪੁੱਛਣ ਦਾ ਸਭ ਤੋਂ ਮੁੱਢਲਾ ਕੰਮ, ਮੁੱਢਲਾ ਫੰਕਸ਼ਨ ਹੀ ਇਹ ਹੈ ਕਿ ਅਸੀਂ ਇਨਫੋਰਮੇਸ਼ਨ ਲੈਣੀ ਹੈ। To help maintain control of a conversation. ਜਦੋਂ ਅਸੀਂ ਆਪਸੀ ਗੱਲਬਾਤ ਕਰਦੇ ਹਾਂ ਕਿਸੇ ਨਾਲ ਵੀ ਤਾਂ ਉਹਦਾ ਜਿਹੜਾ ਕੰਟਰੋਲ ਹੈ, ਉਹਦਾ ਕੰਟਰੋਲ ਕਿਸ ਤਰ੍ਹਾਂ ਰਹੇਗਾ? ਜਦੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ, ਇੱਕ ਦੂਜੇ ਨਾਲ ਕੁਐਸਚਨ ਪੁੱਛਾਂਗੇ ਤਾਂ ਉਹਦੇ ਨਾਲ ਜਿਹੜਾ ਹੈਗਾ ਕਨਵਰਸੇਸ਼ਨ ਤੇ ਕੰਟਰੋਲ ਬਣਿਆ ਰਹਿੰਦਾ। Where you are asking questions, you are in control of the questions. Assertive people are more likely to take control of conversations, attempting to gain the information they need through questioning. ਜਦੋਂ ਅਸੀਂ ਇੱਕ ਦੂਜੇ ਤੋਂ ਕੁਐਸਚਨ ਪੁੱਛਦੇ ਹਾਂ ਤਾਂ ਸਾਡੀ ਕਨਵਰਸੇਸ਼ਨ ਕੰਟਰੋਲ ਵਿੱਚ ਰਹਿੰਦੀ ਹੈ। ਜਿਵੇਂ ਸਾਡੀ ਕਲਾਸ ਵਿੱਚ ਅਗਰ 10 ਜਾਂ 20 ਸਟੂਡੈਂਟਸ ਹੈ, ਜਦੋਂ ਤੱਕ ਉਹ ਆਪਸ ਵਿੱਚ ਵੀ ਗੱਲ ਨਹੀਂ ਕਰਦੇ ਤਾਂ ਉਦੋਂ ਤੱਕ ਜਿਹੜਾ ਕਲਾਸ ਦਾ ਮਾਹੌਲ ਵੀ ਵਧੀਆ ਨਹੀਂ ਰਹੇਗਾ ਔਰ ਉਹਨਾਂ ਦਾ ਜਿਹੜਾ ਇੰਟਰਪਰਸਨਲ ਜਿਹੜਾ ਪ੍ਰੋਸੈਸ ਹੈਗਾ ਕੁਐਸਚਨਿੰਗ ਦਾ, ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਮਾਹੌਲ ਵਧੀਆ ਨਹੀਂ ਬਣੇਗਾ। ਤਾਂ ਜਿਹੜੇ ਸਟੂਡੈਂਟਸ ਹੈ ਆਪਸ ਵਿੱਚ ਗੱਲਬਾਤ ਦੇ ਥਰੂ ਇੱਕ ਦੂਜੇ ਨਾਲ ਫੈਮਿਲੀਅਰ ਹੋ ਜਾਂਦੇ ਆ। ਲਾਈਕ ਜਿਵੇਂ ਅਗਰ 10 ਦੇ 10 ਬੱਚੇ ਇਕੱਠੇ ਹੋ ਕੇ ਗੱਲ ਕਰਨਗੇ, ਟੀਚਰ ਨੇ ਜੋ ਉਹਨਾਂ ਨੂੰ ਲੈਕਚਰ ਕਰਵਾਇਆ ਤਾਂ ਉਹ ਇਕੱਠੇ ਹੋ ਕੇ ਅਗਰ ਇੱਕ ਬੱਚੇ ਦਾ ਡਾਊਟ ਹੈ, ਅਗਰ ਟੀਚਰ ਸਾਹਿਬਾਨ ਤੋਂ ਉਹਨਾਂ ਨੂੰ ਨਹੀਂ ਕਲੀਅਰ ਹੋਇਆ, ਇੱਕ ਦੂਜੇ ਨਾਲ ਕੁਐਸਚਨ ਕਰਨਗੇ। ਇੱਕ ਸਟੂਡੈਂਟ ਦੇ ਥਾਟਸ ਕੁਝ ਹੋਰ ਹੁੰਦੇ ਆ, ਦੂਜੇ ਦੇ ਕੁਝ ਹੋਰ ਹੁੰਦੇ ਆ, ਤੀਜੇ ਦੇ ਕੁਝ ਹੋਰ ਹੁੰਦੇ ਆ, ਤਾਂ ਇੱਕ ਦੂਜੇ ਨਾਲ ਗੱਲਬਾਤ ਦੇ ਸਹਾਰੇ ਉਹ ਆਪਣੇ ਆਪ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕਦੇ ਆ। ਜਿਵੇਂ ਕਿ ਤੁਸੀਂ ਸਲਾਈਡਸ ਦੇਖ ਸਕਦੇ ਹੋ, we can improve। ਇਕੱਠੇ ਹੋ ਕੇ ਸਾਰੇ ਜਦੋਂ ਸਟੂਡੈਂਟਸ ਡਿਸਕਸ਼ਨ ਕਰਦੇ ਆ ਤਾਂ ਉਹਦੇ ਨਾਲ ਉਹ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਆ ਗੱਲਬਾਤ ਦੇ ਸਹਾਰੇ, ਇੱਕ ਦੂਜੇ ਨੂੰ ਕੁਐਸਚਨ ਪੁੱਛਣ ਦੇ ਸਹਾਰੇ। ਇਸ ਤਰ੍ਹਾਂ ਕਰਨ ਨਾਲ ਜਿਹੜੀ ਕੁਐਸਚਨਿੰਗ ਸਕਿੱਲ ਹੈ ਬੱਚਿਆਂ ਵਿੱਚ ਉਹ ਪੈਦਾ ਹੁੰਦੀ ਹੈ। Express an interest in other person. Questioning allows us to find out more about the respondent. This can be useful when attempting to build rapport and show empathy or to simply get to know the other person better. ਜਿਵੇਂ ਕਿ ਹੁਣੇ ਮੈਂ ਤੁਹਾਨੂੰ ਦੱਸਿਆ ਕਿ ਅਗਰ ਕਲਾਸ ਵਿੱਚ ਬੱਚੇ ਇੱਕ ਦੂਜੇ ਨਾਲ ਕੁਐਸਚਨਸ ਦੇ ਸਹਾਰੇ, ਇਨਫੋਰਮੇਸ਼ਨ ਗੇਨ ਕਰਨ ਦੇ ਸਹਾਰੇ ਇੱਕ ਦੂਜੇ ਨਾਲ ਗੱਲ ਕਰਦੇ ਆ ਤਾਂ ਉਹਨਾਂ ਦਾ ਇੱਕ ਦੂਜੇ ਵਿੱਚ ਇੰਟਰਸਟ ਪੈਦਾ ਹੁੰਦਾ, ਜਿਹਦੇ ਨਾਲ ਕਿ ਉਹ ਸਟੱਡੀ ਬਾਰੇ ਆਪਣੀ ਜਿਹੜੀ ਲਰਨਿੰਗ ਸਕਿੱਲਸ ਆ ਉਹਨਾਂ ਨੂੰ ਡਿਵੈਲਪ ਕਰ ਸਕਦੇ ਆ, ਕੁਐਸਚਨਿੰਗ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਆ ਔਰ ਉਹਦੇ ਨਾਲ ਉਹ ਇੱਕ ਦੂਜੇ ਨਾਲ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਹੈ ਇੱਕ ਦੂਜੇ ਵਾਸਤੇ ਵਧੀਆ ਪਰਸਨ ਸਾਬਿਤ ਹੋ ਸਕਦੇ ਆ। ਨਾਲ ਦੇ ਨਾਲ ਉਹ ਸਿੱਖਣਗੇ, ਨਾਲ ਦੇ ਨਾਲ ਉਹਨਾਂ 'ਚ ਕੁਐਸਚਨਿੰਗ ਸਕਿੱਲਸ ਪੈਦਾ ਹੋਣਗੀਆਂ ਔਰ ਇੱਕ ਦੂਜੇ ਨਾਲ ਕੋਆਰਡੀਅਲ ਰਿਲੇਸ਼ਨਸ ਵੀ ਬਣਨਗੇ। To clarify a point. Questions are commonly used in communication to clarify something that the speaker has said.
क्वेश्चंस आम तौर ते गलबात दे विच किसी ना किसी चीज नू क्लीयर करन लई पूछे जाते हैं, जेड़ा कि जड़ा बोलन वाला बंदा हुंदा है और ਜਿਹੜੇ ਸ਼ਬਦ ਉਹਨੇ ਕਹੇ ਗਏ ਆ ਉਹਦੇ ਸ਼ਬਦਾਂ ਨੂੰ ਕਲੀਅਰ ਕਰਨ ਲਈ ਪੁੱਛੇ ਜਾਂਦੇ ਆ। Questions used as clarification are essential in reducing misunderstanding and therefore more effective communications. Questions ਹੈ ਕਿਸੇ ਵੀ ਜ਼ਰੂਰੀ ਚੀਜ਼ ਨੂੰ ਕਲੀਅਰ ਕਰਨ ਵਾਸਤੇ, ਔਰ ਜਿਹੜੀ ਗੱਲਬਾਤ ਦੇ ਥਰੂ ਅਗਰ ਕੋਈ ਬੰਦਾ ਬੋਲ ਰਿਹਾ, ਕਈ ਵਾਰ ਉਸਦੇ ਕਹਿਣ ਦਾ ਮਤਲਬ ਕੁਝ ਹੋਰ ਹੁੰਦਾ ਔਰ ਸਾਹਮਣੇ ਵਾਲਾ ਕੁਝ ਹੋਰ ਸਮਝ ਜਾਂਦਾ ਹੈ, ਉਹ ਜਿਹੜੀ ਮਿਸਅੰਡਰਸਟੈਂਡਿੰਗ ਕਮਿਊਨੀਕੇਸ਼ਨ ਦੇ ਜ਼ਰੀਏ ਪੈਦਾ ਹੋਈ ਹੁੰਦੀ ਹੈ ਉਹਨੂੰ ਕਲੀਅਰ ਕਰਨ ਲਈ, ਉਹਨੂੰ ਘਟਾਉਣ ਲਈ, ਔਰ ਜਿਹੜੀ ਕਮਿਊਨੀਕੇਸ਼ਨ ਹੈ ਸਾਡੀ ਗੱਲਬਾਤ ਹੈ ਉਹਨੂੰ ਹੋਰ ਜ਼ਿਆਦਾ ਪ੍ਰਭਾਵਿਤ ਬਣਾਉਣ ਦੇ ਲਈ ਕੁਐਸਚਨਸ ਪੁੱਛੇ ਜਾਂਦੇ ਹਨ। To explore the personality or the difficulties that the person may have, ਕਿਸੇ ਵੀ ਬੰਦੇ ਨੂੰ ਅਗਰ ਕਿਸੇ ਵੀ ਤਰ੍ਹਾਂ ਦੀ ਔਖ ਹੈਗੀ ਹੈ ਤਾਂ ਉਸ ਚੀਜ਼ ਨੂੰ ਕਲੀਅਰ ਕਰਨ ਲਈ, ਕਿਸੇ ਵੀ ਸਟੂਡੈਂਟ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਲਈ ਇਹ ਕੁਐਸਚਨਸ ਪੁੱਛਣੇ ਬਹੁਤ ਜ਼ਰੂਰੀ ਹੁੰਦੇ ਆ। Questions are used to explore the feelings, beliefs, opinions, ideas and attitudes of the person being questioned. Questions ਜਿਹੜੇ ਆ ਕਿਉਂ ਪੁੱਛੇ ਜਾਂਦੇ ਆ? Questions ਕਿਸੇ ਵੀ ਚੀਜ਼ ਦੀਆਂ ਜਿਹੜੀਆਂ ਕਿਸੇ ਪਰਸਨ ਦੀਆਂ ਜਿਹੜੀਆਂ ਫੀਲਿੰਗਸ ਹੈ ਉਹਨਾਂ ਨੂੰ ਐਕਸਪਲੋਰ ਕਰਨ ਦੇ ਲਈ, ਉਹਨਾਂ ਦੇ ਵਿਸ਼ਵਾਸ, ਉਹਨਾਂ ਦੇ ਵਿਚਾਰ, ਉਹਨਾਂ ਦੇ ਆਈਡੀਆਜ਼ ਔਰ ਕਿਸੇ ਵੀ ਪਰਸਨ ਦਾ ਜਿਹੜਾ ਐਟੀਟਿਊਡ ਹੈ ਉਹਨੂੰ ਨਿਖਾਰਨ ਦੇ ਲਈ, ਉਹਨਾਂ ਨੂੰ ਉਭਾਰਨ ਦੇ ਲਈ ਪੁੱਛੇ ਜਾਂਦੇ ਆ। They can also be used to better understand problems that another person may be experiencing, like in the example of a doctor trying to diagnose a patient. ਇਹ ਚੀਜ਼ ਹੈ ਕਿ ਜਿਹੜੀਆਂ ਪ੍ਰੋਬਲਮਸ ਹੈ, ਜਿਹੜੀਆਂ ਵੀ ਕਿਸੇ ਸਟੂਡੈਂਟ ਨੂੰ ਔਖ ਆ ਰਹੀ ਹੈ ਕਿਸੇ ਚੀਜ਼ ਨੂੰ ਸਮਝਣ ਲਈ, ਉਹਨੂੰ ਵਧੀਆ ਤਰੀਕੇ ਨਾਲ, ਉਹਨੂੰ ਬੈਟਰ ਤਰੀਕੇ ਨਾਲ ਸਮਝਾਉਣ ਦੇ ਲਈ ਔਰ ਉਹਦਾ ਵਧੀਆ ਤਰੀਕੇ ਨਾਲ ਉਹਦੇ ਲਰਨਿੰਗ ਸਕਿੱਲਸ ਨੂੰ ਪੈਦਾ ਕਰਨ ਲਈ ਇਹ ਕੁਐਸਚਨਸ ਪੁੱਛੇ ਜਾਂਦੇ ਆ। ਜਿਵੇਂ ਕਿ ਜਿਹੜਾ ਡਾਕਟਰ ਹੈ ਉਹ ਹਮੇਸ਼ਾ ਆਪਣੇ ਪੇਸ਼ੈਂਟ ਦੀ ਜਿਹੜੀ ਬਿਮਾਰੀ ਹੈ ਉਹਨੂੰ ਪਹਿਚਾਨਣ ਦੇ ਲਈ ਕੋਸ਼ਿਸ਼ ਕਰਦਾ ਰਹਿੰਦਾ, ਉਹਦੇ ਤੋਂ ਅਲੱਗ-ਅਲੱਗ ਤਰ੍ਹਾਂ ਦੇ ਉਹਦੇ ਸਿੰਪਟਮਸ ਪੁੱਛੇ ਜਾਂਦੇ ਆ, ਉਹਦੀ ਬਿਮਾਰੀ ਦੇ ਲੱਛਣ ਪੁੱਛੇ ਜਾਂਦੇ ਆ ਤਾਂ ਜੋ ਜਿਹੜੀ ਸਹੀ ਬਿਮਾਰੀ ਪਕੜ 'ਚ ਆ ਜਾਵੇ ਤੇ ਡਾਕਟਰ ਉਹਦਾ ਇਲਾਜ ਕੀਤਾ ਜਾਵੇ। ਸੇਮ ਵੇ ਨਾਲ ਜਿਹੜਾ ਟੀਚਰ ਹੈ ਉਹ ਇੱਕ ਡਾਕਟਰ ਦਾ ਰੋਲ ਅਦਾ ਕਰਦਾ, ਔਰ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਅਸੀਂ ਸੋਚ ਸਕਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਸਿੰਪਟਮਸ ਹੈ ਜਾਂ ਉਹਨਾਂ ਦੇ ਜਿਹੜੇ ਕੁਐਸਚਨਸ ਹੈ ਟੌਪਿਕ ਦੇ ਰਿਲੇਟਡ, ਉਹਨਾਂ ਨੂੰ ਅਸੀਂ ਜਿਹੜੇ ਥਿੰਕਿੰਗ ਸਕਿੱਲਸ ਹੈ, ਉਹਨਾਂ ਦੇ ਦਿਮਾਗ ਵਿੱਚ ਜਿਹੜੇ ਕੁਐਸਚਨਸ ਅਰਾਈਜ਼ ਹੁੰਦੇ ਆ ਉਹ ਅਗਰ ਟੀਚਰ ਸਹੀ ਤਰੀਕੇ ਨਾਲ ਪਕੜ ਲਵੇ ਤਾਂ ਉਹਨਾਂ ਦਾ ਸਹੀ ਤਰੀਕੇ ਨਾਲ ਜਵਾਬ ਦੇ ਸਕਦਾ। ਟੂ ਟੈਸਟ ਨੌਲੇਜ ਨੂੰ ਟੈਸਟ ਕਰਨ ਦੇ ਲਈ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਅੱਜ ਕੱਲ੍ਹ ਦਾ ਜ਼ਮਾਨਾ ਕੰਪੀਟੀਸ਼ਨ ਦਾ ਜ਼ਮਾਨਾ ਹੈ, ਸਟੂਡੈਂਟਸ ਦਾ ਜਿਹੜਾ IQ ਲੈਵਲ ਹੈ ਸਾਡੀ ਜਨਰੇਸ਼ਨ ਗੈਪ ਦੇ ਨਾਲ ਇੰਨਾ ਜ਼ਿਆਦਾ ਵੱਧ ਗਿਆ IQ ਲੈਵਲ ਕਿ ਸਟੂਡੈਂਟਸ 100 ਆਊਟ ਆਫ 100% ਨੰਬਰਸ ਵੀ ਲੈਂਦੇ ਆ। ਉਹ ਕਿਸ ਤਰ੍ਹਾਂ ਲੈਂਦੇ ਆ? ਕਿਉਂਕਿ ਉਹਨਾਂ ਦਾ IQ ਲੈਵਲ ਵਧੀਆ ਹੁੰਦਾ ਹੈ। Questions are used in all sorts of quiz, test and exam situations to ascertain the knowledge of the respondent. Questions ਜਿਹੜੇ ਹੈ ਲਾਈਕ ਜਿਵੇਂ ਕੁਐਸਚਨਸ ਦੇ ਵਿੱਚ ਕੁਇਜ਼ ਦੇ ਵਿੱਚ ਪੁੱਛੇ ਜਾਂਦੇ ਆ, ਟੈਸਟ ਦੇ ਵਿੱਚ, ਐਗਜ਼ਾਮਸ ਦੇ ਵਿੱਚ ਅਲੱਗ-ਅਲੱਗ ਸਿਚੁਏਸ਼ਨਸ ਕ੍ਰੀਏਟ ਕਰਕੇ ਜਿਹੜਾ ਰਿਸਪੌਂਡ ਦੇਣ ਵਾਲਾ ਹੁੰਦਾ ਹੈ ਉਹ ਜਿਵੇਂ ਸਟੂਡੈਂਟ ਹੈ, ਸਟੂਡੈਂਟ ਦੀ ਨੌਲੇਜ ਨੂੰ ਚੈੱਕ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਪੁੱਛੇ ਜਾਂਦੇ ਆ ਜਿਹਦੇ ਨਾਲ ਕਿ ਉਹਦੀ ਨੌਲੇਜ ਟੈਸਟ ਕੀਤੀ ਜਾਂਦੀ ਹੈ। ਇਹ ਇੱਕ ਸਭ ਤੋਂ ਵੱਡਾ ਜ਼ਰੀਆ ਬੱਚੇ ਦੀ ਨੌਲੇਜ ਨੂੰ ਜਾਂ ਕਿਸੇ ਵੀ ਪਰਸਨ ਦੀ ਨੌਲੇਜ ਨੂੰ ਚੈੱਕ ਕਰਨ ਦਾ, ਜਿਹੜਾ ਕਿ ਕੁਐਸਚਨਸ ਦੇ ਸਹਾਰੇ ਹੀ ਕੀਤਾ ਜਾਂਦਾ ਹੈ। ਲਾਈਕ ਜਿਵੇਂ what is the capital of France, ਤਾਂ ਇਹ ਇੱਕ ਐਗਜ਼ਾਮਪਲ ਹੈ ਕਿਸੇ ਵੀ ਬੰਦੇ ਦੀ ਇੱਕ ਨੌਲੇਜ ਨੂੰ ਚੈੱਕ ਕਰਨ ਦੇ ਲਈ। ਟੂ ਐਨਕਰੇਜ ਫਰਦਰ ਥਾਟ, ਇੱਕ ਤਾਂ ਹੋ ਗਿਆ ਅਸੀਂ ਲੈਕਚਰ ਦੇ ਨਾਲ ਰਿਲੇਟਡ ਆਪਾਂ ਬੱਚਿਆਂ ਨੂੰ ਕੁਐਸਚਨਸ ਪੁੱਛਦੇ ਹਾਂ ਜਾਂ ਅਸੀਂ ਜਿਹੜਾ ਲੈਸਨ ਪੜ੍ਹਾਇਆ, ਜਿਹੜਾ ਵੀ ਟੌਪਿਕ ਅਸੀਂ ਬੱਚੇ ਨੂੰ ਪੜ੍ਹਾ ਰਹੇ ਹਾਂ ਉਹਦੇ ਨਾਲ ਰਿਲੇਟਡ ਕੁਐਸਚਨ ਪੁੱਛਦੇ ਹਾਂ। ਇੱਕ ਕੁਐਸਚਨਸ ਹੁੰਦੇ ਆ ਲੈਕਚਰ ਜਾਂ ਟੀਚਰ ਸਾਹਿਬਾਨ ਜਿਹੜਾ ਵੀ ਲੈਕਚਰ ਦੇ ਰਿਹਾ ਜਾਂ ਟੌਪਿਕ ਪੜ੍ਹਾ ਰਿਹਾ ਉਹਦੇ ਤੋਂ ਹਟ ਕੇ ਕੁਛ ਉਹਦੇ ਨਾਲ ਕੋਰਿਲੇਟਡ ਗੱਲਾਂ ਬਹੁਤ ਸਾਰੀਆਂ ਸਾਡੀ ਸੋਸਾਇਟੀ 'ਚ ਇਸ ਵਰਡ 'ਚ ਹੁੰਦੀਆਂ ਜਿਹਦੇ ਨਾਲ ਕਿ ਬੱਚੇ ਦੇ ਜਿਹੜੇ ਹੋਰ ਥੋਟਸ ਹੈ ਉਹਦੇ ਨਾਲ ਮਿਲਦੇ ਜੁਲਦੇ ਜਿਹੜੇ ਵਿਚਾਰ ਹੈ, ਥਿੰਕਿੰਗ ਜਿਹੜੀ ਸੋਚ ਦੀ ਨਿਪੁੰਨਤਾ ਉਹਨੂੰ ਉਭਾਰਨ ਦੇ ਲਈ ਜਿਹੜੇ ਕੁਐਸਚਨਸ ਪੁੱਛੇ ਜਾਂਦੇ ਆ। ਕੁਐਸਚਨਸ may be asked to use to
encourage people think about something more deeply। ਜਿਹੜੇ questions ਹੈ ਉਹ ਲੋਕਾਂ ਦੀ ਜਿਹੜੀ ਸੋਚ ਹੈ ਉਹਨੂੰ ਉਭਾਰਨ ਦੇ ਲਈ, ਉਹਨਾਂ ਦੀ ਸੋਚ ਨੂੰ ਹੋਰ ਡੂੰਘੀ ਕਰਨ ਦੇ ਲਈ ਪੁੱਛੇ ਜਾਂਦੇ ਆ। Questions can be worded in such a way as to get the person to think about a topic in a new way। Questions ਇਸ ਤਰ੍ਹਾਂ ਵੀ ਅਸੀਂ ਇਸ ਤਰੀਕੇ ਨਾਲ ਵੀ ਪੁੱਛ ਸਕਦੇ ਹਾਂ ਜਿਹਦੇ ਨਾਲ ਕਿ ਜਿਹੜਾ ਸਾਹਮਣੇ ਵਾਲਾ ਪਰਸਨ ਹੈ, ਸਾਹਮਣੇ ਵਾਲਾ ਇਨਸਾਨ ਹੈ, ਉਹ ਜਿਹੜਾ ਟੌਪਿਕ ਹੈ ਉਹਨੂੰ ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦੇ। ਜਿਵੇਂ ਪਹਿਲਾਂ ਅਸੀਂ ਕੁਐਸਚਨ ਪੁੱਛਿਆ ਸੀਗਾ ਪਿਛਲੀ ਸਲਾਈਡ ਵਿੱਚ, what is the capital of France? ਇਸ ਸਲਾਈਡ ਵਿੱਚ ਅਗਰ ਅਸੀਂ ਕਿਸੇ ਸਟੂਡੈਂਟ ਦੀ ਸੋਚ ਨੂੰ ਹੋਰ ਉਭਾਰਨਾ ਹੈ, ਉਹਦੀ ਸੋਚ ਨੂੰ ਅਸੀਂ ਨਵੇਂ ਤਰੀਕੇ ਨਾਲ, ਅਸੀਂ ਚਾਹੁੰਦੇ ਹਾਂ ਕਿ ਉਹਦੀ ਸੋਚ ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦੇ, ਤਾਂ ਕੀ ਹੋਏਗਾ ਕੁਐਸਚਨ ਸਾਡਾ, why do you think Paris is the capital of France? ਤੁਸੀਂ ਕਿਉਂ ਸੋਚਦੇ ਹੋ ਕਿ ਜਿਹੜੀ ਪੈਰਿਸ ਹੈ ਉਹਦੀ ਕੈਪੀਟਲ, ਸੌਰੀ ਜਿਹੜੀ ਫਰਾਂਸ ਦੀ ਕੈਪੀਟਲ ਹੈ ਉਹ ਪੈਰਿਸ ਹੀ ਹੈ? ਤੁਸੀਂ ਕਿਉਂ ਸੋਚਦੇ ਹੋ ਕਿ ਇਹ ਕੈਪੀਟਲ ਪੈਰਿਸ ਹੀ ਹੈ, ਕੋਈ ਹੋਰ ਕੈਪੀਟਲ ਕਿਉਂ ਨਹੀਂ ਬਣ ਗਈ ਫਰਾਂਸ ਦੀ? ਤਾਂ ਉਹਦੇ ਪਿੱਛੇ ਜਿਹੜਾ ਸਟੂਡੈਂਟ ਹੈ, ਪਰਸਨ ਹੈ, ਉਹ ਇਹ ਸੋਚਣਾ ਸ਼ੁਰੂ ਕਰ ਦੇਗਾ ਕਿ ਫਰਾਂਸ ਦੇ ਵਿੱਚ ਹੋਰ ਕਿਹੜੀਆਂ ਸਿਟੀਜ਼ ਹੈ, ਉਹਨਾਂ ਸਾਰਿਆਂ ਨੂੰ ਕੈਪੀਟਲ ਕਿਉਂ ਨਹੀਂ ਬਣਾਇਆ ਗਿਆ, ਜਾਂ ਇੰਡੀਆ ਦੇ ਵਿੱਚ ਦਿੱਲੀ ਨੂੰ ਹੀ ਕੈਪੀਟਲ ਕਿਉਂ ਬਣਾਇਆ ਗਿਆ, ਕਿਸੇ ਹੋਰ ਸਟੇਟ ਨੂੰ ਕਿਉਂ ਨਹੀਂ ਬਣਾਇਆ ਗਿਆ? ਉਹਦੇ ਪਿੱਛੇ ਉਹ ਰਿਸਰਚ ਕਰੇਗਾ ਤਾਂ ਉਹਦੇ ਦਿਮਾਗ ਹੋਰ ਡੂੰਘਾਈ ਨਾਲ ਕੰਮ ਕਰੇਗਾ। ਤਾਂ ਇਸ ਤਰ੍ਹਾਂ ਦੇ ਤਰੀਕੇ ਨਾਲ ਅਸੀਂ ਆਪਣੇ ਸਟੂਡੈਂਟਸ ਦੀ ਜਿਹੜੀ ਸੋਚ ਹੈ ਉਹਨੂੰ ਅਲੱਗ ਤਰੀਕੇ ਨਾਲ ਸੋਚਣ ਦੀ ਆਦਤ ਪਾ ਸਕਦੇ ਹਾਂ, ਔਰ ਇਸ ਤਰੀਕੇ ਨਾਲ ਬੱਚੇ ਆ ਜਿਹੜੇ ਅਲੱਗ ਤਰੀਕੇ ਨਾਲ, ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਸਕਦੇ। In group discussions, this is the most important part of the purpose of questions. Questioning in group discussions can be very useful for a number of reasons: to include all members of the group, to encourage more discussion of a point, to keep attention by asking questions without advance warning। ਜਿਵੇਂ ਅਸੀਂ ਸਾਰੇ ਕਾਲਜਸ ਵਿੱਚ, ਸਕੂਲਸ ਵਿੱਚ ਅਸੀਂ ਸਾਰੇ ਟੀਵੀ ਤੇ ਵੀ ਡਿਬੇਟਸ ਹੁੰਦੀਆਂ ਦੇਖਦੇ ਹਾਂ, ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਟੌਪਿਕ ਸਟੂਡੈਂਟਸ ਨੂੰ ਜਾਂ ਪਰਸਨਸ ਹੈ ਉਹਨਾਂ ਨੂੰ ਦੇ ਦਿੱਤਾ ਜਾਂਦਾ, ਜਿਹਦੇ ਤੇ ਕਿ ਗਰੁੱਪ ਡਿਸਕਸ਼ਨ ਕੀਤੀ ਜਾਂਦੀ ਹੈ। ਹਰ ਇੱਕ ਪੁਆਇੰਟ ਤੇ ਹਰ ਇੱਕ ਸਟੂਡੈਂਟ, ਕੋਈ ਵੀ ਸਟੂਡੈਂਟ ਜਿੰਨੇ ਗਰੁੱਪ ਡਿਸਕਸ਼ਨ ਵਿੱਚ ਬੈਠੇ ਆ, ਜਿੰਨੇ ਉਸ ਗਰੁੱਪ 'ਚ ਬੱਚੇ ਬੈਠੇ ਆ, ਉਹ ਆਪਣੇ ਤਰੀਕੇ ਨਾਲ ਉਸ ਚੀਜ਼ ਬਾਰੇ ਵਿਊਜ਼ ਦੇਣਗੇ। ਉਹ ਤੋਂ ਬਾਅਦ ਵਿੱਚ ਫਿਰ ਜਿਹੜੇ ਹਰ ਇੱਕ ਪਰਸਨ ਦੇ ਜਿਹੜੇ ਵਿਊਜ਼ ਆ ਉਹਨਾਂ ਵਿੱਚੋਂ ਨਵੇਂ ਤਰੀਕੇ ਦੇ ਕੁਐਸਚਨਸ ਪੈਦਾ ਹੁੰਦੇ ਆ, ਫਿਰ ਉਹਨਾਂ ਦੇ ਆਨਸਰ ਦਿੱਤੇ ਜਾਂਦੇ ਆ। ਤਾਂ ਇਹਦੇ ਨਾਲ ਕੀ ਹੁੰਦਾ, ਜਿਹੜੇ ਇਹ ਕੁਐਸਚਨਿੰਗ ਹੈ ਇਹ ਬਹੁਤ ਜ਼ਿਆਦਾ ਗਰੁੱਪ ਡਿਸਕਸ਼ਨ ਦੇ ਵਿੱਚ ਹੈਲਪ ਕਰਦੀ ਹੈ। ਇਹਦੇ ਵਿੱਚ ਬਿਨਾਂ ਕਿਸੇ ਰੋਕ ਟੋਕ ਤੋਂ ਹਰ ਇੱਕ ਪਰਸਨ ਨੂੰ ਖੁੱਲ੍ਹ ਹੁੰਦੀ ਹੈ ਕਿ ਆਪਣੇ ਤਰੀਕੇ ਨਾਲ ਜਿਹੜਾ ਟੌਪਿਕ ਦਿੱਤਾ ਗਿਆ ਉਹਦੇ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰੇ। ਇਸ ਦੇ ਨਾਲ ਸਟੂਡੈਂਟਸ ਦੇ ਜਿਹੜੇ ਥਿੰਕਿੰਗ ਸਕਿੱਲਸ ਹੈ, ਲਰਨਿੰਗ ਸਕਿੱਲਸ ਹੈ, ਐਬਿਲਿਟੀ ਸਕਿੱਲਸ ਹੈ, ਇਹ ਸਾਰੇ ਸਕਿੱਲਸ ਦਾ ਵਿਕਾਸ ਹੁੰਦਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕੁਐਸਚਨਸ ਬਾਰੇ ਅਸੀਂ ਸਮਝ ਲਿਆ, ਕੁਐਸਚਨਸ ਕਿੰਨੀ ਤਰ੍ਹਾਂ ਦੇ ਹੁੰਦੇ ਆ, ਕੁਐਸਚਨਸ ਦੇ ਉਦੇਸ਼ ਕੀ ਹੁੰਦੇ ਆ, ਕੁਐਸਚਨ ਕੀ ਹੁੰਦਾ। ਤਾਂ ਹੁਣ ਨੈਕਸਟ ਕੜੀ ਵਿੱਚ ਸਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕੁਐਸਚਨ ਸਾਡਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸਾਨੂੰ ਕੁਐਸਚਨ ਕਿਸ ਤਰ੍ਹਾਂ ਪੁੱਛਣਾ ਚਾਹੀਦਾ ਹੈ। 5 keys to proper questioning। ਸਾਡੇ ਕੋਲ 5 ਤਰ੍ਹਾਂ ਦੇ ਤਰੀਕੇ ਹੈ ਜਿਹਦੇ ਨਾਲ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ ਕੁਐਸਚਨ ਪ੍ਰੋਪਰ ਕਿਵੇਂ ਪੁੱਛਣਾ ਚਾਹੀਦਾ। How you ask a question is as important as what you ask। ਤੁਸੀਂ ਕੁਐਸਚਨ ਨੂੰ ਕਿਸ ਤਰ੍ਹਾਂ ਪੁੱਛਦੇ ਹੋ ਉਹ ਜ਼ਿਆਦਾ ਮਹੱਤਵਪੂਰਨ ਹੈ ਬਜਾਏ ਇਹਦੇ ਕਿ ਤੁਸੀਂ ਕੀ ਪੁੱਛ ਰਹੇ ਹੋ। ਕਈ ਵਾਰ ਕੋਈ ਸਟੂਡੈਂਟ ਜਾਂ ਕੋਈ ਪਰਸਨ ਕੁਐਸਚਨ ਪੁੱਛਦਾ ਕਿਸੇ ਵੀ ਟੌਪਿਕ ਦੇ ਨਾਲ ਰਿਲੇਟਡ, ਜਦੋਂ ਓਪਨ ਡਿਸਕਸ਼ਨ ਚੱਲ ਰਹੀ ਹੁੰਦੀ ਹੈ, ਪਰ ਉਹਦੇ ਜਿਹੜਾ ਕੁਐਸਚਨ ਹੈ ਉਹਦਾ ਕੋਈ ਮਤਲਬ ਨਹੀਂ ਨਿਕਲਦਾ। ਤਾਂ ਇਸ ਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਕਿਸੇ ਵੀ ਸਟੂਡੈਂਟ ਨੇ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਛਣਾ ਹੈ ਤਾਂ ਇਹ ਪਹਿਲਾਂ ਸੋਚ ਕੇ ਪੁੱਛੇ ਕਿ ਮੈਂ ਕੀ ਪੁੱਛਣ ਜਾ ਰਿਹਾ ਜਾਂ ਮੈਂ ਕੁਐਸਚਨ ਨੂੰ ਕਿਸ ਤਰ੍ਹਾਂ ਨਾਲ ਪੁੱਛਣਾ ਹੈ। ਇਹ ਜ਼ਿਆਦਾ ਚੀਜ਼ ਮਹੱਤਵਪੂਰਨ ਹੈ। ਇਹਦੇ ਲੜੀ ਦੇ ਵਿੱਚ ਸਭ ਤੋਂ ਪਹਿਲਾਂ ਹੈ ਹੈਵ ਅ ਪਲਾਨ। ਸਾਨੂੰ ਇੱਕ ਪਹਿਲਾਂ ਪਲਾਨ ਬਣਾ ਲੈਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਕੁਐਸਚਨ ਪੁੱਛਣਾ ਹੈ। when you are negotiating, ਜਦੋਂ ਤੁਸੀਂ ਆਪਸ ਚ ਗੱਲਬਾਤ ਕਰ ਰਹੇ ਹੁੰਦੇ ਆ, it is helpful to have a goal in mind। ਇਹ ਹੈਲਪਫੁਲ ਰਹੇਗਾ ਤੁਹਾਡੇ ਲਈ ਕਿ ਤੁਸੀਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਇੱਕ ਗੋਲ ਸੈੱਟ ਕਰ ਲਓ। ਆਸਕ yourself, ਪਹਿਲਾਂ ਆਪਣੇ ਆਪ ਨੂੰ ਪੁੱਛੋ what type of information will help me make a good decision। ਕਿ ਮੈਨੂੰ
किस तरह की इंफॉर्मेशन, किस तरह की जिहड़ी इंफॉर्मेशन मैनू पुछण विच हेल्प करेगी, ਉਹਦੇ ਲਈ अपना एक वधिया डिसीजन बना लेना चाहिए। Am I more likely to get that information by being direct or by excusing my questions? Having a questioning plan puts you in driver's seat in the negotiation. एक वधिया questioning plan अपने mind ਦੇ ਵਿੱਚ ਬਣਾ ਲੈਣਾ, ਇਹ ਇਸ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਦੇ ਵਿੱਚ ਲਾਈਕ ਅਸੀਂ ਜਿਵੇਂ ਕਿਸੇ ਚੀਜ਼ ਨੂੰ ਡਰਾਈਵ ਕਰ ਰਹੇ ਹਾਂ, ਲਾਈਕ ਜਿਵੇਂ ਅਸੀਂ ਡਰਾਈਵਰ ਦੀ ਸੀਟ ਤੇ ਬੈਠੇ ਹੋਈਏ, ਤਾਂ ਇਹ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਕੀ ਪੁੱਛਣ ਨਾਲੋਂ ਕਿਸ ਤਰ੍ਹਾਂ ਪੁੱਛਣਾ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਉਹਦੇ ਵਿੱਚ ਸਾਨੂੰ ਸਾਹਮਣੇ ਵਾਲੇ ਦੀਆਂ ਫੀਲਿੰਗਸ ਦਾ ਔਰ ਸਾਹਮਣੇ ਵਾਲਾ ਕੀ ਕਹਿ ਰਿਹਾ ਉਹਦੀ ਭਾਵਨਾ ਦਾ ਖਿਆਲ ਵੀ ਰੱਖਣਾ ਜ਼ਰੂਰੀ ਹੈ। ਇਸ ਕੜੀ ਵਿੱਚ ਕਿਸੇ ਫੇਮਸ ਸਾਇੰਟਿਸਟ ਨੇ ਕਿਹਾ, the better you are at asking the right questions, the better you become at uncovering needs. Know your counterpart. The more you can find out about your counterpart, the better you can target your questions. ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਪਣਾ ਇਹ ਦੇਖੋ ਕਿ ਤੁਸੀਂ ਕੀ ਪੁੱਛ ਰਹੇ ਹੋ, ਤਾਂ ਹੀ ਤੁਸੀਂ ਜਾਂ ਕੀ ਪੁੱਛਣਾ ਚਾਹੁੰਦੇ ਹੋ, ਤਾਂ ਹੀ ਤੁਸੀਂ ਬੈਟਰ ਤਰੀਕੇ ਨਾਲ ਜਿਹੜੇ ਕੁਐਸਚਨਸ ਆ ਉਹਨਾਂ ਨੂੰ ਟਾਰਗੇਟ ਕਰ ਸਕਦੇ ਹੋ ਔਰ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਟੀਚਰ ਜਾਂ ਜੋ ਵੀ ਕੋਰਿਲੇਟਡ ਪਰਸਨਸ ਆ ਉਹਨਾਂ ਨੂੰ ਕੁਐਸਚਨਸ ਪੁੱਛ ਸਕਦੇ ਹੋ। ਨੰਬਰ 3 is move from the broad to narrow. As you gain answers to broad questions, start asking questions that drive more specific information. ਜਿਵੇਂ ਤੁਹਾਨੂੰ ਆਪਣੇ ਕੁਐਸਚਨਸ ਦੇ ਆਨਸਰਸ ਮਿਲਣੇ ਸ਼ੁਰੂ ਹੋ ਜਾਂਦੇ ਆ ਤਾਂ ਤੁਸੀਂ ਉਹਦੇ ਵਿੱਚੋਂ ਵੀ ਹੋਰ ਜ਼ਿਆਦਾ ਜਿਹੜੀ ਨੌਲੇਜ ਆ ਉਹ ਲੈਣ ਬਾਰੇ ਸੋਚਣਾ ਸ਼ੁਰੂ ਕਰੋ। ਫॉर एग्जांपल, if you ask someone selling the car, ਅਗਰ ਤੁਸੀਂ ਕਿਸੇ ਨੂੰ ਪੁੱਛੋਗੇ ਕਾਰ ਸੇਲ ਕਰਨ ਬਾਰੇ, did you keep maintenance records on your car? And he says yes. ਅਗਰ ਤੁਸੀਂ ਕਿਸੇ ਤੋਂ ਕਾਰ ਖਰੀਦਣੀ ਹੈ ਜਾਂ ਕੋਈ ਬੰਦਾ ਕਾਰ ਸੇਲ ਕਰ ਰਿਹਾ ਤਾਂ ਤੁਸੀਂ ਉਹਨੂੰ ਪਹਿਲਾਂ ਉਹਦੇ ਬਾਰੇ ਪੁੱਛਿਆ, ਉਸ ਤੋਂ ਬਾਅਦ ਨੈਕਸਟ ਕੁਐਸਚਨ ਕੀ ਪੁੱਛੋਗੇ ਕਿ ਤੁਸੀਂ ਇਹਦੀ ਜਿਹੜੀ ਮੇਨਟੇਨੈਂਸ ਕੀਤੀ ਹੈ, ਕਾਰ ਦੀ ਸਰਵਿਸ ਕਰਵਾਈ ਹੈ, ਕਿ ਤੁਸੀਂ ਉਹਦੇ ਰਿਕਾਰਡਸ ਰੱਖੇ ਹੋਏ ਹੈ। Proceed to ask about the type of maintenance records, the frequency of maintenance. ਜਦੋਂ ਪਰਸਨ ਤੁਹਾਨੂੰ ਉਹਦੇ ਬਾਰੇ ਜਵਾਬ ਦੇ ਦੇਗਾ ਤਾਂ ਤੁਸੀਂ ਉਹ ਤੋਂ ਬਾਅਦ ਨੈਕਸਟ ਕੁਐਸਚਨ ਕੀ ਪੁੱਛੋਗੇ ਕਿ ਤੁਸੀਂ ਕਿੰਨੀ ਲਗਾਤਾਰ ਦੇ ਨਾਲ ਕਿੰਨੀ ਫ੍ਰੀਕੁਐਂਸੀ ਦੇ ਨਾਲ ਤੁਸੀਂ ਇਹਦੀ ਮੇਨਟੇਨੈਂਸ ਕਰਵਾਈ ਹੈ। ਤਾਂ ਇਹਦੇ ਵਿੱਚੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਕੁਐਸਚਨਸ ਦੇ ਵਿੱਚੋਂ ਕੁਐਸਚਨਸ ਅਸੀਂ ਲੱਭ ਸਕਦੇ ਹਾਂ। ਨੈਕਸਟ ਇਜ਼ ਯੂਜ਼ ਪ੍ਰੋਪਰ ਟਾਈਮਿੰਗ। ਸਾਨੂੰ ਪ੍ਰੋਪਰ ਟਾਈਮਿੰਗ ਦੇ ਨਾਲ ਕੁਐਸਚਨ ਪੁੱਛਣਾ ਚਾਹੀਦਾ। ਬੀ ਸੈਂਸਿਟਿਵ to your counterpart's feelings. If your counterpart finds a question offensive, he will give you less information and will be less willing to negotiate with you. Again, asking a man how this diet is going while he is eating a dessert. ਹਮੇਸ਼ਾ ਸਾਨੂੰ ਆਪਣੇ ਕੁਐਸਚਨਸ ਹੈ ਜਿਹੜੇ ਸਾਨੂੰ ਸਹੀ ਸਮੇਂ ਤੇ ਸਹੀ ਕੁਐਸਚਨ ਪੁੱਛਣਾ ਚਾਹੀਦਾ। ਹਮੇਸ਼ਾ ਸਾਨੂੰ ਇਹ ਸੋਚ ਵਿਚਾਰ ਕੇ ਪੁੱਛਣਾ ਚਾਹੀਦਾ ਹੈ, ਸਾਹਮਣੇ ਵਾਲੀ ਦੀਆਂ ਫੀਲਿੰਗਸ ਨੂੰ ਧਿਆਨ ਰੱਖਦੇ ਹੋਏ, ਉਹਦੀਆਂ ਜਿਹੜੀਆਂ ਇੰਟੈਂਸ਼ਨਸ ਹੈ, ਉਹਦੀ ਸੋਚ ਕੀ, ਉਹਦੇ ਪਿੱਛੇ ਉਹਦਾ ਮਕਸਦ ਕੀ ਹੈ, ਉਸ ਤਰੀਕੇ ਨਾਲ ਸਾਨੂੰ ਉਸ ਚੀਜ਼ ਨੂੰ ਸਾਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਐਸਚਨ ਪੁੱਛਣਾ ਚਾਹੀਦਾ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ। Ask permission to ask a question. ਸਾਨੂੰ question ਪੁੱਛਣ ਤੋਂ ਪਹਿਲਾਂ ਸਾਨੂੰ permission ਲੈਣੀ ਚਾਹੀਦੀ ਹੈ। Asking permission is polite and it starts the swing towards agreement. ਸਾਨੂੰ ਜਿਹੜੀ permission ਜਦੋਂ ਅਸੀਂ ਪ੍ਰਸ਼ਨ ਪੁੱਛਣ ਲਈ ਟੀਚਰ ਸਾਹਿਬਾਨ ਤੋਂ ਜਾਂ ਕਿਸੇ ਵੀ ਜਿਹੜੇ ਸੰਵਾਦਦਾਤਾ ਉਹਨਾਂ ਤੋਂ ਅਸੀਂ ਜਦੋਂ ਅਸੀਂ permission ਲੈਣੀ ਹੈ ਤਾਂ ਉਹ ਸਾਡੀ polite ਤਰੀਕੇ ਨਾਲ ਜਿਹੜੀ ਨਰਮੀ ਆ ਹਲੀਮੇ ਵਾਲੇ ਤਰੀਕੇ ਨਾਲ ਹੋਣੀ ਚਾਹੀਦੀ ਹੈ। Once your counterpart has granted you permission, she is more likely to give your complete answer. ਜਦੋਂ ਤੁਸੀਂ ਇੱਕ ਵਾਰ permission ਮਿਲ ਗਈ, ਸਾਡੇ ਸਾਹਮਣੇ ਵਾਲੇ ਨੇ ਤੁਹਾਨੂੰ permission ਦੇ ਦਿੱਤੀ ਤਾਂ ਤੁਸੀਂ permission ਲੈ ਲਈ ਤਾਂ ਉਹ ਤੁਹਾਨੂੰ ਜਿਹੜਾ question ਹੈ ਉਹਦਾ ਵਧੀਆ ਤਰੀਕੇ ਨਾਲ answer ਦੇਗਾ। ਜਦੋਂ ਤੁਹਾਡਾ question ਹੀ ਸਹੀ ਨਹੀਂ ਹੋਏਗਾ ਤਾਂ ਸਾਹਮਣੇ ਵਾਲਾ ਬੰਦਾ ਵੀ irritate ਹੋ ਜਾਂਦਾ ਔਰ ਤੁਹਾਨੂੰ proper ਤਰੀਕੇ ਨਾਲ answer ਨਹੀਂ ਦੇ ਸਕਦਾ। Great questions unlock insights. ਜਦੋਂ ਤੁਸੀਂ ਵਧੀਆ ਤਰੀਕੇ ਨਾਲ ਵਧੀਆ questions ਪੁੱਛਦੇ ਹੋ ਤਾਂ ਉਹਦੇ ਨਾਲ ਜਿਹੜੀਆਂ ਸਾਡੀਆਂ ਦਿਮਾਗ ਦੀਆਂ ਜਿਹੜੀਆਂ ਬੁਝੀਆਂ ਹੋਈਆਂ ਬੱਤੀਆਂ ਉਹ ਵੀ ਜਗ ਜਾਂਦੀਆਂ।
Using effective questioning in your classroom brings a lot of benefits. अगर ਅਸੀਂ ਇਫੈਕਟਿਵ ਕੁਐਸਚਨਿੰਗ ਆਪਣੀ ਕਲਾਸ ਦੇ ਵਿੱਚ ਪੁੱਛਾਂਗੇ ਤਾਂ ਉਹਦੇ ਸਾਨੂੰ ਬਹੁਤ ਸਾਰੇ ਬੈਨੀਫਿਟਸ ਹੁੰਦੇ ਆ। ਉਹਦੇ ਨਾਲ ਕਿਸ ਤਰ੍ਹਾਂ ਦੇ ਬੈਨੀਫਿਟਸ ਹੁੰਦੇ ਆ? ਐਨਕਰੇਜ ਸਟੂਡੈਂਟਸ ਟੂ engage with their work and each other। ਜਿਹੜੇ ਸਟੂਡੈਂਟਸ ਨੂੰ ਇੱਕ ਦੂਜੇ ਨਾਲ ਕੰਮ ਕਰਨ ਦਾ ਹੌਸਲਾ ਮਿਲਦਾ ਹੈ। ਹੈਲਪ ਸਟੂਡੈਂਟਸ ਟੂ ਥਿੰਕ ਆਊਟ ਅਲਾਉਡ। ਫੈਸਿਲਿਟੇਟਸ ਲਰਨਿੰਗ ਥਰੂ ਐਕਟਿਵ ਡਿਸਕਸ਼ਨ। ਜਿਹੜੀ ਆਪਾਂ ਕਲਾਸ ਦੇ ਵਿੱਚ ਜਦੋਂ ਬੱਚਿਆਂ ਦੇ ਵਿੱਚ ਡਿਸਕਸ਼ਨ ਕਰਵਾਉਂਦੇ ਆ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਲਰਨਿੰਗ ਦੇ ਵਿੱਚ ਸੌਖ ਹੋ ਜਾਂਦੀ ਹੈ। empower students to feel confident about their ideas। questioning ਦੇ ਨਾਲ ਕੀ ਹੁੰਦਾ ਹੈ? ਜਦੋਂ ਅਸੀਂ effective questioning ਪੁੱਛਦੇ ਹਾਂ ਬੱਚਿਆਂ ਨੂੰ, ਬੱਚਿਆਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਜਿਹੜੇ ਸਾਡੇ ਆਈਡੀਆ ਜੋ ਅਸੀਂ ਪੁੱਛ ਰਹੇ ਹਾਂ ਉਹ ਵਧੀਆ, ਉਹਨਾਂ 'ਚ confidence ਦੀ ਭਾਵਨਾ ਪੈਦਾ ਹੁੰਦੀ ਹੈ, ਜਿਹਦੇ ਨਾਲ ਕਿ ਲਾਈਫ ਦੇ ਕਿਸੇ ਵੀ ਖੇਤਰ ਵਿੱਚ ਜਾ ਕੇ ਮਾਰ ਨਹੀਂ ਖਾਂਦੇ। improve speaking and listening skills। ਬੱਚਿਆਂ ਵਿੱਚ ਬੋਲਣ ਤੇ ਸੁਣਨ ਦੀ ਭਾਵਨਾ ਜਿਹੜੇ ਸਕਿੱਲਸ ਆ ਉਹ ਪੈਦਾ ਹੁੰਦੇ ਆ, ਉਹ ਇੰਪਰੂਵ ਹੁੰਦੇ ਆ। builds critical thinking skills। ਇਹਦੇ ਨਾਲ ਜਿਹੜੇ ਬੱਚਿਆਂ ਦੇ ਆਲੋਚਨਾਤਮਕ ਜਿਹੜੀ ਸੋਚ ਆ ਉਹ ਵੀ ਪੈਦਾ ਹੁੰਦੀ ਹੈ। teaches respect for others people's opinions। ਇਹਦੇ ਨਾਲ ਬੱਚਾ ਇੱਕ ਦੂਜੇ ਦੇ ਜਿਹੜੇ ਸੋਚ ਵਿਚਾਰ ਹੈ ਉਹਨਾਂ ਦੀ ਰਿਸਪੈਕਟ ਕਰਨਾ, ਉਹਨਾਂ ਦੀ ਕਦਰ ਕਰਨਾ ਸਿੱਖਦਾ ਹੈ। help students to clarify their understanding। ਇਹਦੇ ਨਾਲ ਬੱਚਿਆਂ ਨੂੰ ਇੱਕ ਦੂਜੇ ਨੂੰ ਸਮਝਣ ਦੇ ਵਿੱਚ, ਕਲੈਰੀਫਾਈ ਕਰਨ ਦੇ ਵਿੱਚ ਮਦਦ ਮਿਲਦੀ ਹੈ। motivate students and it develops an interest of a topic। ਇਸ ਨਾਲ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਤੇ ਟੌਪਿਕ ਦੇ ਵਿੱਚ ਇੰਟਰਸਟ ਪੈਦਾ ਹੁੰਦਾ ਹੈ। allows teachers to check students understanding। ਇਸ ਦੇ ਨਾਲ ਜਿਹੜੇ ਟੀਚਰਸ ਹੈ ਉਹਨਾਂ ਨੂੰ ਬੱਚਿਆਂ ਦੀ ਜਿਹੜੀ ਸੋਚ ਹੈ, ਬੱਚਿਆਂ ਨੂੰ ਸਮਝਣ ਦੇ ਵਿੱਚ ਫਾਇਦਾ ਹੁੰਦਾ। ਤਾਂ ਆ ਸੀਗਾ ਮੇਰਾ ਅੱਜ ਦਾ ਟੌਪਿਕ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਕੁਐਸਚਨਿੰਗ ਤੇ ਪਰਪਸ ਆਫ ਕੁਐਸਚਨਸ ਤੇ ਕੁਐਸਚਨ ਸਾਨੂੰ ਕਿਸ ਤਰ੍ਹਾਂ ਪੁੱਛਣਾ ਚਾਹੀਦਾ ਹੈ, ਕਿਸ ਤਰੀਕੇ ਨਾਲ ਸਾਨੂੰ ਕੁਐਸਚਨ ਪੁੱਛਣਾ ਚਾਹੀਦਾ ਹੈ, ਇਹ ਸਾਰਾ ਤੁਹਾਨੂੰ ਸਮਝ ਆ ਗਿਆ ਹੋਏਗਾ। ਤੇ ਹੁਣ ਲੈਕਚਰ ਦੀ ਸਮਾਪਤੀ ਤੋਂ ਪਹਿਲਾਂ ਮੈਂ ਤੁਹਾਨੂੰ ਪੰਜਾਬ ਸਰਕਾਰ ਦੇ ਜਿਹੜਾ ਮਿਸ਼ਨ ਫਤਿਹ ਚੱਲ ਰਿਹਾ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਉਣਾ ਚਾਹਾਂਗੀ ਕਿ ਅਸੀਂ ਮਿਸ਼ਨ ਫਤਿਹ ਤੇ ਅਸੀਂ ਫਤਿਹ ਕਿਵੇਂ ਪਾ ਸਕਦੇ ਹਾਂ, ਕਰੋਨਾ ਵਾਇਰਸ ਤੇ ਫਤਿਹ ਕਿਵੇਂ ਪਾ ਸਕਦੇ ਹਾਂ, ਔਰ ਅਸੀਂ ਇਹਦਾ ਜਿਹੜਾ ਰਿਸਕ ਹੈ ਕਰੋਨਾ ਵਾਇਰਸ ਦਾ ਉਹਨੂੰ ਕਿਵੇਂ ਘੱਟ ਕਰ ਸਕਦੇ ਹਾਂ। ਇਸ ਕੜੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜੇ ਆਪਣੇ ਹੱਥ ਹੈ ਉਹ ਸਾਬਣ ਦੇ ਨਾਲ ਸਾਨੂੰ ਲਗਾਤਾਰ ਧੋਂਦੇ ਰਹਿਣੇ ਚਾਹੀਦੇ ਆ। ਐਲਕੋਹਲ ਬੇਸਡ ਜਿਹੜਾ ਸਾਡਾ ਸੈਨੀਟਾਈਜ਼ਰ ਹੋਣਾ ਚਾਹੀਦਾ ਹੈ। ਤੇ ਸਾਨੂੰ ਕਦੀ ਵੀ ਜਦੋਂ ਸਾਨੂੰ ਫਲੂ ਦੇ ਸਿੰਪਟਮਸ ਹੋਣ ਤਾਂ ਸਾਨੂੰ ਕਿਸੇ ਦੇ ਨਾਲ ਵੀ ਕਲੋਜ਼ ਕੰਟੈਕਟ ਦੇ ਵਿੱਚ ਨਹੀਂ ਆਉਣਾ ਚਾਹੀਦਾ। 2 ਗਜ਼ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। avoid unnecessary and unprotected contact with animals। ਸਾਨੂੰ ਜਿਹੜੇ ਐਨੀਮਲਸ ਆ ਉਹਨਾਂ ਕੋਲ ਬਿਨਾਂ ਜ਼ਰੂਰਤ ਤੋਂ ਨਹੀਂ ਜਾਣਾ ਚਾਹੀਦਾ, ਉਹਨਾਂ ਦੇ ਨਾਲ ਕੰਟੈਕਟ ਨਹੀਂ ਰੱਖਣਾ ਚਾਹੀਦਾ। ਜਿਵੇਂ ਕਈਆਂ ਨੇ ਪੈਟਸ ਰੱਖੇ ਹੁੰਦੇ ਆ ਜਾਂ ਪੇਂਡੂ ਖੇਤਰਾਂ ਵਿੱਚ ਕਈਆਂ ਨੇ ਜਾਨਵਰ ਪਾਲੇ ਹੁੰਦੇ ਆ ਤਾਂ ਉਹਨਾਂ ਜਾਨਵਰਾਂ ਤੋਂ ਸਾਨੂੰ ਇੱਕ ਨਿਸ਼ਚਿਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕਵਰ ਯੋਰ ਨੋਜ਼ ਐਂਡ ਮਾਊਥ। ਸਾਨੂੰ ਆਪਣਾ ਨੱਕ ਤੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ। ਔਰ ਜਦੋਂ ਸਾਨੂੰ ਛਿੱਕ ਆਵੇ ਤਾਂ ਸਾਨੂੰ ਆਪਣੀ ਬਾਂਹ ਦੀ ਕੂਹਣੀ ਦੀ ਹੈਲਪ ਨਾਲ ਉਹਨੂੰ ਹਮੇਸ਼ਾ ਢੱਕਣਾ ਚਾਹੀਦਾ ਹੈ। ਜਿਹੜਾ ਸਾਨੂੰ ਭੋਜਨ ਹੈ ਉਹ ਪ੍ਰੋਪਰ ਪਕਾ ਕੇ ਖਾਣਾ ਚਾਹੀਦਾ। ਲਾਈਕ ਜਿਵੇਂ ਕਿਸੇ ਨੇ ਨੌਨ ਵੈਜ ਖਾਣਾ ਹੈ, ਮੀਟ ਜਾਂ ਐਗ ਖਾਣਾ ਹੈ, ਉਹ ਪ੍ਰੋਪਰ ਕੁੱਕ ਹੋਣਾ ਚਾਹੀਦਾ, ਕੱਚਾ ਨਹੀਂ ਰਹਿਣਾ ਚਾਹੀਦਾ, ਉਦੋਂ ਬਾਅਦ ਵਿੱਚ ਹੀ ਖਾਣਾ ਚਾਹੀਦਾ। ਅਗਰ ਸਾਨੂੰ ਕਿਸੇ ਵੀ ਤਰ੍ਹਾਂ ਦੇ ਸਿੰਪਟਮ ਦਿਖਣ, ਬੁਖਾਰ ਹੋਵੇ, ਖਾਂਸੀ ਹੋਵੇ ਜਾਂ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਸਾਨੂੰ ਮੈਡੀਕਲ ਹੈਲਪ ਲੈਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ। ਔਰ ਸਾਨੂੰ ਆਪਣੀ ਟਰੈਵਲ ਹਿਸਟਰੀ ਨੂੰ ਵੀ ਸਰਕਾਰ ਦੇ ਨਾਲ, ਹੈਲਥ ਕੇਅਰ ਜਿਹੜੇ ਪ੍ਰੋਵਾਈਡਰਸ ਆ ਉਹਨਾਂ ਦੇ ਨਾਲ ਸਾਨੂੰ ਸ਼ੇਅਰ ਕਰਨਾ ਚਾਹੀਦਾ। ਔਰ 104 ਨੰਬਰ ਤੇ ਸਾਨੂੰ ਨੰਬਰ ਡਾਇਲ ਕਰਕੇ ਸਰਕਾਰੀ ਹੈਲਪ ਲੈ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕੀਏ ਔਰ ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ ਵੀ ਸੁਰੱਖਿਅਤ ਰੱਖ ਸਕੀਏ ਔਰ ਅਸੀਂ ਕਰੋਨਾ ਵਾਇਰਸ ਤੇ ਫਤਿਹ ਪਾ ਸਕੀਏ। ਹੁਣ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦੀ ਹਾਂ। ਥੈਂਕ ਯੂ ਆਲ ਪਾਰਟਿਸਪੈਂਟਸ ਫॉर ਲਿਸਨਿੰਗ ਮੀ। ਤਾਂ ਇਹ ਸੀਗਾ ਮੇਰਾ ਅੱਜ ਦਾ ਟੌਪਿਕ। ਹੁਣ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਹੈ ਤਾਂ ਉਹ ਪੁੱਛ ਸਕਦਾ ਹੈ। ਥੈਂਕ ਯੂ ਆਲ। ਹਾਂਜੀ, ਕਿਸੇ ਦੀ ਕੋਈ ਕੁਐਰੀ ਹੈ ਤਾਂ ਪਲੀਜ਼ ਪੁੱਛ ਸਕਦੇ ਹੋ ਹੈਂਡ ਰੇਜ਼ ਕਰਕੇ।
हेलो हेलो हरप्रीत सर आई थिंक किसी ਦੀ ਕੋਈ ਕੁਐਰੀ ਨਹੀਂ ਹੈ ਅਸੀਂ ਵਾਈਂਡ ਅਪ ਕਰ ਸਕਦੇ ਹਾਂ Is there anybody to have questions, any type of questions? ਹੈਲੋ ਹਾਂਜੀ ਸਰ ਅਸੀਂ ਵਾਈਂਡ ਅਪ ਕਰ ਸਕਦੇ ਹਾਂ ਸਰ ਠੀਕ ਹੈ ਜੀ ਮੈਂ end ਓਕੇ ਸਰ ਥੈਂਕ ਯੂ